ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮਿੱਠਾ ਮੋਹਰਾ ਅੰਕ 7ਵਾਂ। ਜੋਗਿੰਦਰ ਸਿੰਘ ਦੇ ਘਰ ਤੋਂ 5-4 ਘਰ ਛੱਡ ਕੇ ਸੁਭੱਦਰਾ ਦਾ ਘਰ ਸੀ। ਦਲੀਪ ਕੌਰ ਦਾ ਇਸ ਸਾਰੇ ਮਹੱਲੇ ਵਿੱਚ ਸੁਭੱਦਰਾ ਤੋਂ ਛੁੱਟ ਹੋਰ ਕਿਸੇ ਨਾਲ ਬਹਿਣ ਉੱਠਣ ਨਹੀਂ ਸੀ, ਕਿਉਂਕਿ ਹੋਰ ਸਾਰੀਆਂ ਸ਼ਕੁੰਤਲਾ ਨਾਲ ਮੋਹ ਪਿਆਰ ਕਰਦੀਆਂ ਸਨ ਤੇ ਦਲੀਪ ਕੌਰ ਜਿਸ ਨੂੰ ਸ਼ਕੁੰਤਲਾ ਨਾਲ ਗੱਲਾਂ ਕਰਦਿਆਂ ਵੇਖ ਲੈਂਦੀ ਸੀ, ਉਸ ਦਾ ਇਹੋ ਜੀ ਕਰਦਾ ਸੀ ਕਿ ਉਹਨੂੰ ਕੱਚੀ ਨੂੰ ਖਾ ਜਾਵੇ। ਕਾਰਨ ਉਸ ਨੂੰ ਐਸਾ ਹੀ ਵਹਿਮ ਪੈ ਗਿਆ ਸੀ ਕਿ ਸ਼ਕੁੰਤਲਾ ਹਰ ਕਿਸੇ ਅੱਗੇ ਉਸਦੀਆਂ ਹੀ ਚੁਗਲੀਆਂ ਕਰਦੀ ਰਹਿੰਦੀ ਹੈ। ਪਰ ਸ਼ਕੁੰਤਲਾ ਦਾ ਸੁਭਾਅ ਉੱਕਾ ਹੀ ਇਸ ਤੋਂ ਉਲਟ ਸੀ। ਗਲੀ ਦੀਆਂ ਤੀਵੀਆਂ ਅੱਗੇ ਹੀ ਉਸ ਨਾਲ ਬੜਾ ਹਿੱਤ ਕਰਦੀਆਂ ਸਨ, ਪਰ ਉਸ ਦੀ ਹੁਣ ਵਾਲੀ ਹਾਲਤ ਵੇਖ ਕੇ ਤਾਂ ਉਹ ਲਹੂ ਦੇ ਅਥਰੂ ਰੋਂਦੀਆਂ ਸਨ। ਜਦ ਕਦੇ ਕੋਈ ਉਸ ਅੱਗੇ ਸੌਂਕਣ ਦਾ ਭੋਗ ਪਾਉਂਦੀ ਸੀ ਤਾਂ ਉਹ ਜਿਹੜੀ ਸੌਂਕਣ ਦੇ ਹੱਥੋਂ ਪੋਟਾ-ਪੋਟਾ ਦੁਖੀ ਸੀ, ਉਸ ਦੀ ਵਡਿਆਈ ਕਰਦੀ ਰੱਜਦੀ ਨਹੀਂ ਸੀ। ਪਰ ਉਸ ਦੀ ਇਸ ਵਾਕ ਚਾਤਰੀ ਦਾ ਅਸਲੀ ਭਾਵ ਉਹਨਾਂ ਪਾਸੋਂ ਲੁਕਿਆ ਹੋਇਆ ਨਹੀਂ ਸੀ। ਉਹ ਜਾਣਦੀਆਂ ਸਨ ਕਿ ਸ਼ਕੁੰਤਲਾ ਮਰਦੀ ਮਰ ਜਾਵੇਗੀ, ਪਰ ਸੌਂਕਣ ਲਈ ਇੱਕ ਵੀ ਹੌਲਾ ਸ਼ਬਦ ਆਪਣੀ ਜ਼ੁਬਾਨ ਤੇ ਨਹੀਂ ਲਿਆਵੇਗੀ। ਇਸੇ ਕਾਰਨ ਗਲੀ ਮੁਹੱਲੇ ਵਾਲੀਆਂ ਦੀ ਸ਼ਰਧਾ ਸ਼ਕੁੰਤਲਾ ਲਈ ਦਿਨੋਂ ਦਿਨ ਵੱਧਦੀ ਜਾਂਦੀ ਸੀ। ਉਹ ਦਿਲ ਹੀ ਦਿਲ ਵਿੱਚ ਉਸ ਦੀ ਕਠਨ ਤਪੱਸਿਆ ਵੇਖ ਕੇ ਉਸ ਨੂੰ ਨਮਸਕਾਰ ਕਰਦੀਆਂ ਸਨ। ਸ਼ਕੁੰਤਲਾ ਸੁਭੱਦਰਾ ਨਾਲ ਕਿਉਂ ਨਹੀਂ ਸੀ ਬੋਲਦੀ? ਇਸ ਦਾ ਕਾਰਨ ਕਿ ਪਹਿਲਾਂ ਪਹਿਲ ਜਦ ਸੁਭੱਦਰਾ ਦਾ ਇਸ ਨਾਲ ਬਹਿਣ ਉੱਠਣ ਸੀ ਤਾਂ ਇੱਕ ਦਿਨ ਦੋਹਾਂ ਵਿੱਚ ਕੁਆਰੇ ਹੁੰਦਿਆਂ ਦੀਆਂ ਗੱਲਾਂ ਤੁਰ ਪਈਆਂ। ਸੁਭੱਦਰਾ ਨੇ ਦੱਸਿਆ ਕਿ ਉਹ ਕਿਸੇ ਹੋਰ ਨਾਲ ਵਿਆਹੀ ਹੋਈ ਸੀ ਤੇ ਅੰਦਰੋਂ ਅੰਦਰ ਉਸ ਦਾ ਸਬੰਧ ਹੋਣ ਵਾਲੇ ਇਸ ਪਤੀ ਨਾਲ ਸੀ। ਅਖੀਰ ਇੱਕ ਦਿਨ ਮੌਕਾ ਪਾ ਕੇ ਉਹ ਇਸ ਨਾਲ ਨਿਕਲ ਆਈ। ਉਸ ਦਾ ਪਹਿਲਾ ਪਤੀ ਕਿਉਂਕਿ ਗਰੀਬ ਸੀ ਤੇ ਇਹ ਹੁਣ ਵਾਲਾ ਕਚਹਿਰੀ ਵਿੱਚ ਸਰਿਸ਼ਤੇਦਾਰ ਸੀ, ਕਾਨੂੰਨ ਦਾ ਪੁਤਲਾ ਸੀ, ਜਿਸ ਕਰਕੇ ਉਸ ਵਿਚਾਰੇ ਦੀ ਕੋਈ ਦਾਲ ਨਾ ਗਲੀ ਤੇ ਉਸ ਦਿਨ ਤੋਂ ਉਹ ਇਸੇ ਘਰ ਦੇ ਵਿੱਚ ਵਸਦੀ ਹੈ। ਜਦ ਦੀ ਸ਼ਕੁੰਤਲਾ ਨੇ ਉਸ ਦੀ ਇਹ ਕਹਾਣੀ ਸੁਣੀ ਸੀ, ਉਸ ਦਿਨ ਤੋਂ ਲੈ ਕੇ ਮੁੜ ਸੁਭੱਦਰਾ ਨੂੰ ਉਸਨੇ ਕਦੀ ਮੂੰਹ ਨਹੀਂ ਸੀ ਲਾਇਆ। ਇੱਕ ਦੋ ਵਾਰੀ ਸੁਭੱਦਰਾ ਇਸ ਤੋਂ ਪਿੱਛੋਂ ਵੀ ਸ਼ਕੁੰਤਲਾ ਦੇ ਘਰ ਆਈ, ਪਰ ਉਸ ਪਾਸੋਂ ਅਜਿਹੀ ਝਾੜ ਖਾ ਕੇ ਗਈ ਕਿ ਮੁੜ ਉਸ ਦਾ ਇੱਧਰ ਤੱਕਣ ਦਾ ਹੀਆ ਨਾ ਪਿਆ। ਇਸੇ ਦਿਨ ਤੋਂ ਸੁਭੱਦਰਾ ਦੀਆਂ ਅੱਖਾਂ ਵਿੱਚ ਸ਼ਕੁੰਤਲਾ ਸ਼ਤੀਰ ਵਾਂਗ ਰੜਕ ਰਹੀ ਸੀ। ਸ਼ਕੁੰਤਲਾ ਨੇ ਜਦ ਆਪਣੀ ਸੌਂਕਣ ਦਾ ਮੇਲ-ਜੋਲ ਸੁਭੱਦਰਾ ਨਾਲ ਵੱਧਦਾ ਵੇਖਿਆ ਤਾਂ ਉਹ ਦਿਲ ਵਿੱਚ ਕੁੜੀ, ਪਰ ਰੋਕਣ ਤੋਂ ਅਸਮਰਥ ਸੀ। ਨਾ ਤਾਂ ਉਹ ਸੌਂਕਣ ਨੂੰ ਮੋੜ ਸਕਦੀ ਸੀ, ਨਾ ਹੀ ਪਤੀ ਨੂੰ ਇਸ ਬਾਬਤ ਕੁਝ ਕਹਿ ਸਕਦੀ ਸੀ। ਸੁਭੱਦਰਾ ਦੇ ਗੱਭਰੂ ਦਾ ਨਾਮ ਹੇਮਰਾਜ ਸੀ। ਇਹ ਕਚਹਿਰੀ ਵਿੱਚ ਇੱਕ ਮੈਜਿਸਟ੍ਰੇਟ ਦਾ ਰਿਸ਼ਤੇਦਾਰ ਸੀ। ਆਮਦਨ ਇਸ ਨੂੰ ਅੰਨੀ ਸੀ ਤੇ ਸੈਰ ਲਈ ਉਸਨੇ ਘੋੜੀ ਟਾਂਗਾ ਵੀ ਰੱਖਿਆ ਹੋਇਆ ਸੀ। ਜੋਗਿੰਦਰ ਸਿੰਘ ਦਾ ਨੌਕਰ 5 ਮਹੀਨੇ ਹੋ ਗਏ ਐਸਾ ਗਿਆ ਸੀ ਕਿ ਮੁੜ ਕੇ ਨਾ ਬੋੜਿਆ ਤੇ ਨਾ ਹੀ ਉਸਨੂੰ ਹੋਰ ਨੌਕਰ ਰੱਖਣ ਦਾ ਮੁੜ ਕੇ ਕਦੇ ਖਿਆਲ ਹੀ ਆਇਆ। ਆਉਂਦਾ ਵੀ ਕਿਸ ਤਰ੍ਹਾਂ, ਜਦ ਕਿ ਘਰ ਦਾ ਸਾਰਾ ਕੰਮ ਧੰਦਾ ਜਿਉਂ ਦਾ ਤਿਉਂ ਹੋ ਰਿਹਾ ਸੀ, ਸਗੋਂ ਅੱਗੇ ਨਾਲੋਂ ਵੀ ਚੰਗਾ। ਅੱਗੇ ਤਾਂ ਕੇਵਲ ਪਾਣੀ ਗਰਮ ਕਰਨ ਵਿੱਚ ਹੀ ਨੌਕਰ ਦੁਪਹਿਰ ਕਰ ਛੱਡਦਾ ਸੀ, ਪਰ ਹੁਣ ਜੋਗਿੰਦਰ ਸਿੰਘ ਜਦੋਂ ਵੀ ਸਵੇਰੇ ਗੁਸਲਖਾਨੇ ਵਿੱਚ ਜਾਂਦਾ ਸੀ, ਅੱਗੇ ਹਮਾਮ ਭਖਦਾ ਹੁੰਦਾ ਸੀ। ਉਸ ਨੂੰ ਪਤਾ ਵੀ ਨਹੀਂ ਸੀ ਲੱਗਦਾ ਕਿ ਸ਼ਕੁੰਤਲਾ ਕਿਹੜੇ ਵੇਲੇ ਕੰਮ ਕਰ ਗਈ ਹੈ। ਇਸ ਤੋਂ ਛੁੱਟ ਨੌਕਰ ਦੇ ਹੁੰਦਿਆਂ ਨਹਾਉਣ ਵਾਲਾ ਤੌਲੀਆ, ਸਾਬਣਦਾਨੀ ਤੇ ਚਿਲਮਚੀ ਆਦਿ ਕਦੇ ਵੀ ਸਾਫ਼ ਨਹੀਂ ਸਨ ਹੁੰਦੇ, ਪਰ ਅੱਜ ਕੱਲ੍ਹ ਇਹ ਚੀਜ਼ਾਂ ਮੂੰਹੋਂ ਬੋਲ ਰਹੀਆਂ ਸਨ। ਫਿਰ ਇਸ ਹਾਲ ਵਿੱਚ ਜੇ ਜੋਗਿੰਦਰ ਸਿੰਘ ਨੂੰ ਨੌਕਰ ਰੱਖਣ ਦੀ ਚਿੰਤਾ ਹੁੰਦੀ ਤਾਂ ਕਿਉਂ? ਪਰ ਦੂਜੇ ਪਾਸੇ ਸ਼ਕੁੰਤਲਾ ਦੀ ਅਰੋਗਤਾ ਪਰ ਇਸ ਥਕਾਵਟ ਤੇ ਆਤਮਿਕ ਕਲੇਸ਼ ਦਾ ਦਿਨੋਂ ਦਿਨ ਬੁਰਾ ਅਸਰ ਹੋਣ ਲੱਗਾ। ਦਲੀਪ ਕੌਰ ਦੇ ਵਿਆਹ ਨੂੰ ਭਾਵੇਂ 3 ਵਰ੍ਹੇ ਹੋ ਚੱਲੇ ਸਨ, ਪਰ ਕਿਸੇ ਕੰਮ ਨੂੰ ਹੱਥ ਲਾਉਣ ਦੀ ਉਸਨੇ ਸਹੁੰ ਖਾਧੀ ਹੋਈ ਸੀ ਤੇ ਨਾ ਹੀ ਕੰਮ ਕਰਨ ਲਈ ਉਸਨੂੰ ਕੋਈ ਕਹਿੰਦਾ ਸੀ। ਉਹ ਅੱਗੇ ਤਾਂ ਸਾਰਾ ਦਿਨ ਘਰ ਇਕੱਲੀ ਬੈਠੀ ਉਕਤਾ ਜਾਂਦੀ ਸੀ, ਪਰ ਹੁਣ ਹਰ ਵੇਲੇ ਸੁਭੱਦਰਾ ਦੇ ਘਰ ਜਾ ਕੇ ਉਸ ਨਾਲ ਗੱਪਾਂ ਛੱਪਾਂ ਮਾਰਦੀ ਤੇ ਤਾਸ਼ ਖੇਡਦੀ ਰਹਿੰਦੀ। ਹੇਮਰਾਜ ਜਦ ਘਰ ਆਉਂਦਾ ਸੀ ਤਾਂ ਇਹ ਚੁਲਬਲੀ ਕਬੂਤਰੀ ਨੂੰ ਘਰ ਵਿੱਚ ਗੁਟਕਦੀ ਵੇਖ ਕੇ ਉਸ ਦੀਆਂ ਅੱਖਾਂ ਨੂੰ ਠੰਡਕ ਪਹੁੰਚਦੀ ਸੀ। ਅੱਗੇ ਤਾਂ ਸੰਧਿਆ ਨੂੰ ਉਹ ਦੋਵੇਂ ਵਹੁਟੀ ਗੱਭਰੂ ਟਾਂਗੇ ਤੇ ਚੜ੍ਹ ਕੇ ਸੈਰ ਨੂੰ ਜਾਂਦੇ ਹੁੰਦੇ ਸਨ, ਪਰ ਹੁਣ ਕਦੇ-ਕਦੇ ਉਹਨਾਂ ਨੂੰ ਇੱਕ ਤੀਜੀ ਸੀਟ ਦਾ ਵੀ ਪ੍ਰਬੰਧ ਕਰਨਾ ਪੈਂਦਾ ਸੀ। ਪਹਿਲਾਂ ਪਹਿਲ ਤਾਂ ਦਲੀਪ ਕੌਰ ਪਤੀ ਦੇ ਮੋਢਿਆਂ ਤੇ ਹੀ ਚੜੀ ਰਹਿੰਦੀ ਸੀ, ਪਰ ਜਦ ਦਾ ਸੁਭੱਦਰਾ ਨਾਲ ਉਸ ਦਾ ਪ੍ਰੇਮ ਪਿਆ ਸੀ, ਪਤੀ ਵੱਲੋਂ ਉਹ ਦਿਨੋਂ ਦਿਨ ਕੁਝ ਉਪਰਾਮ ਹੁੰਦੀ ਜਾਂਦੀ ਸੀ। ਜੋਗਿੰਦਰ ਸਿੰਘ ਜਦੋਂ ਦਫ਼ਤਰੋਂ ਆਉਂਦਾ ਸੀ ਤਾਂ ਉਸਨੂੰ ਸੁਭੱਦਰਾ ਦੇ ਘਰ ਅੱਗੋਂ ਦੀ ਲੰਘ ਕੇ ਆਉਣਾ ਪੈਂਦਾ ਸੀ।
ਸ਼ੁਰੂ ਵਿੱਚ ਜਦੋਂ ਹੀ ਸੁਭੱਦਰਾ ਦੇ ਚੁਬਾਰੇ ਦੀ ਬਾਰੀ ਵਿੱਚੋਂ ਦਲੀਪ ਕੌਰ ਪਤੀ ਨੂੰ ਆਉਂਦਿਆਂ ਵੇਖਦੀ ਸੀ ਤਾਂ ਛੂਟ ਵੱਟ ਕੇ ਪਤੀ ਦੇ ਆਉਣ ਤੋਂ ਪਹਿਲਾਂ ਹੀ ਘਰ ਜਾ ਪਹੁੰਚਦੀ ਸੀ। ਪਰ ਅੱਜ-ਕੱਲ੍ਹ ਜੋਗਿੰਦਰ ਸਿੰਘ ਦਫ਼ਤਰੋਂ ਆ ਕੇ ਘੰਟਿਆਂ ਬੱਧੀ ਬੈਠਕ ਵਿੱਚ ਬੈਠ ਕੇ ਉਸ ਦੀ ਉਡੀਕ ਕਰਦਾ ਰਹਿੰਦਾ ਸੀ। ਇੱਕ ਦਿਨ ਦੀ ਗੱਲ ਹੈ, ਕਚਹਿਰੀ ਵਿੱਚ ਛੁੱਟੀ ਸੀ। ਹੇਮਰਾਜ ਦੁਪਹਿਰਾਂ ਵੇਲੇ ਘਰ ਦੀ ਬੈਠਕ ਵਿੱਚ ਸੁੱਤਾ ਹੋਇਆ ਸੀ ਤੇ ਸੁਭੱਦਰਾ ਕੁੜੀ ਨੂੰ ਸਵਾ ਕੇ ਪਾਸ ਹੀ ਇੱਕ ਕੁਰਸੀ ਤੇ ਬੈਠੀ ਇੱਕ ਕਿਤਾਬ ਵਿੱਚੋਂ ਮੂਰਤਾਂ ਵੇਖ ਰਹੀ ਸੀ। ਇੰਨੇ ਨੂੰ ਦਲੀਪ ਕੌਰ ਨੇ ਅਸ਼ੋਪਲੇ ਹੀ ਪਿਛਲੇ ਪਾਸਿਓਂ ਆ ਕੇ ਉਸ ਦੀਆਂ ਅੱਖਾਂ ਬੰਦ ਕਰ ਲਈਆਂ। ਸੁਭੱਦਰਾ ਨੇ ਹੱਥਾਂ ਨੂੰ ਢੋ ਕੇ ਝੱਟ ਹੀ ਕਹਿ ਦਿੱਤਾ, ਮੈਂ ਤੇ ਪੌੜੀਆਂ ਚੜ੍ਹਦਿਆਂ ਹੀ ਤੇਰੇ ਪੈਰਾਂ ਦੀ ਆਵਾਜ਼ ਪਛਾਣ ਕੇ ਸਮਝ ਗਈ ਸਾਂ ਜੋ ਦਲੀਪ ਕੌਰ ਆ ਰਹੀ ਏ। ਤੇ ਕੁੜੇ, ਅੱਜ ਕਿਹੜੀ ਕਮਾਈ 'ਚ ਰੁੱਝੀ ਰਹੀ ਸੈਂ? ਮੇਰੀਆਂ ਤੇ ਉਡੀਕ ਕੇ ਅੱਖਾਂ ਵੀ ਪੱਕ ਗਈਆਂ ਨੇ। ਹੁਣੇ ਪਈ ਕਹਿੰਦੀ ਸੀ ਜਾਵਾਂ, ਪਤਾ ਤੇ ਕਰਾਂ ਆਈ ਨਹੀਂ। ਇੰਨੇ ਨੂੰ ਮੁੰਨੀ ਰੋ ਪਈ। ਉਸ ਨੂੰ ਸਵਾ ਕੇ ਬੈਠੀ ਸਾਂ ਜੋ ਤੂੰ ਆ ਗਈ। ਦਲੀਪ ਕੌਰ ਪੀੜੀ ਤੇ ਬੈਠਦੀ ਹੋਈ ਬੋਲੀ, ਅੜੀਏ ਕੀ ਦੱਸਾਂ, ਇੱਕ ਪਵਾੜਾ ਹੋਵੇ ਤਾਂ ਵੀ ਮੇਰੀ ਤੇ ਜਾਨ ਕੰਦਲ ਆ ਗਈ ਏ। ਕਿਉਂ? ਪਰ ਸੁਖੀ ਸਾਂਦੀ ਅਜਿਹੀ ਕਿਹੜੀ ਬਿਪਤਾ ਪੈ ਗਈ ਓ? ਤੇਰੀ ਤਾਂ ਸੌਂਕਣ ਸਭ ਕੁਝ ਕਰ ਧਰਦੀ ਏ ਤੇ ਮੇਰੇ ਵੱਲ ਤੱਕ ਖਾਂ। ਕੁੜੀ ਨੂੰ ਸਾਂਭਾਂ ਤਾਂ ਮੈਂ, ਰੋਟੀ ਟੁੱਕ ਕਰਾਂ ਤਾਂ ਮੈਂ, ਤੇ ਤੈਨੂੰ ਤਾਂ ਬੀਬੀ ਰਾਣੀ ਨੂੰ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਨੇ। ਨੀ ਚੁੱਲ੍ਹੇ 'ਚ ਪਈਆਂ ਇਹੋ ਜਿਹੀਆਂ ਪੱਕੀਆਂ ਪਕਾਈਆਂ ਰੱਬ ਦੁਸ਼ਮਣ ਨੂੰ ਵੀ ਨਾ ਖਵਾਵੇ। ਪਰ ਦੱਸ ਤੇ ਸਹੀ ਗੱਲ ਕੀ ਏ? ਅੱਜ ਤੇ ਬੁਰੀ ਛਿੱਥੀ ਹੋਈ ਏ। ਦਲੀਪ ਕੌਰ ਨੇ ਇੱਕ ਠੰਡਾ ਸਾਹ ਭਰ ਕੇ ਕਿਹਾ, ਛਿੱਥੀ ਨਾ ਹੋਵਾਂ ਤੇ ਹੋਰ ਝਾਟਾ ਆਪਣਾ ਖੋਵਾਂ। ਵੱਡੇ ਵੇਲੇ ਦੀ ਹੁਣ ਚੌਂਕੇ 'ਚੋਂ ਨਿਕਲੀ ਆਂ। ਔਂਤਰੀਆਂ ਲੱਕੜਾਂ ਖਬਰੇ ਕਿਹੋ ਜਿਹੀਆਂ ਚੰਦਰੀਆਂ ਸਨ, ਫੂਕਾਂ ਮਾਰ ਕੇ ਧੂਏ ਨਾਲ ਅੱਖਾਂ ਵੀ ਪਾਟਣ ਲੱਗੀਆਂ ਨੇ। ਲੰਪ ਦਾ ਸਾਰਾ ਤੇਲ ਫੂਕ ਘੱਤਿਆ, ਤੀਲੀਆਂ ਦੀ ਡੱਬੀ ਮੁੱਕ ਗਈ। ਖਸਮਾਂ ਖਾਣੀ ਅੱਗ ਹੀ ਬਲਣ ਸੜਨ ਵਿੱਚ ਨਾ ਆਵੇ। ਫਿਰ ਇੱਕ ਤਸਵੀਰ ਦੀ ਚੁਖਾਟ ਭੰਨ ਕੇ ਡਾਈ ਤਾਂ ਜਾ ਕੇ ਕਿਤੇ ਅੱਗ ਬਲੀ ਸੜੀ। ਤੇ ਤੈਨੂੰ ਕਿੱਧਰ ਦੀ ਬਿਪਤਾ ਪੈ ਗਈ ਸੀ? ਉਹ ਜੋ ਕਰਨ ਵਾਲੀ ਸੀ ਨੀ ਸੜ ਗਈ ਕਰਦੀ ਤੇ ਬਲ ਦਿਓ ਸੂਨਾ। ਪਰਸੋਂ ਦਾ ਉਹਨੇ ਇਹ ਦਾ ਫੜ ਲਿਆ ਏ। ਰੋਟੀ ਪਕਾਉਣ ਦਾ ਵੇਲਾ ਹੋਇਆ ਤੇ ਮੰਜੇ ਤੇ ਲੇਟ ਕੇ ਹਾਏ ਕਰਨ ਡਹਿ ਗਈ। ਅਖੇ ਖਾਣ ਪੀਣ ਨੂੰ ਚੰਗੀ ਭਲੀ ਤੇ ਰਾਮ ਜਪਨ ਨੂੰ ਡੋਰੀ। ਖਾਣ ਲੱਗੀ ਤਾਂ ਭਰਾਵਾ ਪਿੱਟੀ ਪੰਜ ਮਨ ਪੀੜ ਲੈਂਦੀ ਏ ਤੇ ਕੰਮ ਦੇ ਨਾਂ ਤੇ ਸੂਲ ਪੈ ਜਾਂਦਾ ਸੂ। ਪਰ ਕੀ ਗੱਲ ਐ, ਕੁਝ ਬਿਮਾਰ ਸੀ? ਜਾਣੇ ਜੁੱਤੀ ਬਿਮਾਰ ਸੀ ਕਿ ਰਾਜੀ ਸੀ। ਖੇਖਣ ਹਾਰੀ ਨੇ ਖੇਖਣ ਕਰਨੇ ਹੀ ਸਿੱਖੇ ਨੇ ਕਿ ਮੈਂ ਤਾਂ ਦੋਵੇਂ ਵੇਲੇ ਹੱਥ ਜੋੜਨੀ ਆ, ਜਾਂ ਰੱਬ ਉਹਦਾ ਦਾਣਾ ਪਾਣੀ ਇਸ ਘਰ ਚੋਂ ਕੱਢੇ ਆ ਮੇਰਾ। ਸੁਭੱਦਰਾ ਦੇ ਦਿਲ ਵਿੱਚ ਸ਼ਕੁੰਤਲਾ ਨਾਲ ਚਰੋਕਣੀ ਖੁੰਸ ਸੀ। ਅੱਜ ਉਸ ਲਈ ਬਦਲਾ ਲੈਣ ਦਾ ਸੁਨਹਿਰੀ ਮੌਕਾ ਸੀ। ਉਹ ਜਰਾ ਮੂੰਹ ਬਣਾ ਕੇ ਬੋਲੀ, ਅੜੀਏ ਇਹ ਤੇ ਬੜੀ ਮਾੜੀ ਗੱਲ ਐ। ਹਜੇ ਹੁਣੇ ਹੀ ਇਹਨਾਂ ਗੱਲਾਂ ਤੇ ਆ ਗਈ ਏ ਤੇ ਅੱਗੋਂ ਕੀ ਬਣੇਗਾ? ਕੱਲ ਕਲੋਤਰ ਨੂੰ ਜੇ ਰੱਬ ਨੇ ਤੈਨੂੰ ਕੋਈ ਦਿਨ ਦਿੱਤਾ ਤਾਂ ਘਰ ਵਿੱਚ ਮੁੰਡਾ ਕੁੜੀ ਵੇਖ ਕੇ ਕੀਕਨ ਰਾਸਤੀ ਰਹੇਗੀ। ਨੀ ਮੈਂ ਵੀ ਇਹੋ ਰੋਣੇ ਰੋਨੀ ਆ ਨਾ। ਮੈਂ ਕਹਿਨੀ ਆ ਇਹ ਤੇ ਸੜ ਕੇ ਮਰ ਜਾਏਗੀ। ਉਸ ਰੁੜ ਜਾਣੇ ਨੂੰ ਵੀ ਬਥੇਰਾ ਪਿੱਟ ਥੱਕੀਆਂ ਜੋ ਇਸ ਕਲੇਜਾ ਕੱਢਣੀ ਡੈਣ ਨੂੰ ਮੇਰੀਆਂ ਅੱਖਾਂ ਅੱਗੋਂ ਦੂਰ ਕਰ। ਪਰ ਭੈਣ, ਉਹ ਤੇ ਕੰਨਾਂ ਤੇ ਠੀਕਰੀਆਂ ਬੰਨੀ ਬੈਠਾ ਏ। ਦੱਸ ਫਿਰ ਮੈਂ ਕਿਹੜੇ ਖੂਹ 'ਚ ਡੁੱਬ ਮਰਾਂ? ਤੇ ਉਹ ਦੁਪੱਟੇ ਦੀ ਕੰਨੀ ਨਾਲ ਅੱਖਾਂ ਪੂੰਝ ਕੇ ਡਸਕੋਰੇ ਭਰਨ ਲੱਗ ਪਈ। ਸੁਭੱਦਰਾ ਨੇ ਉਸ ਨੂੰ ਜੱਫੀ ਵਿੱਚ ਲੈ ਕੇ ਕਿਹਾ, ਤੇ ਤੂੰ ਕਿਉਂ ਰੋਵੇਂ ਸੁਖੀ ਸਾਂਦੀ? ਤੂੰ ਮੈਨੂੰ ਪਹਿਲਾਂ ਦੱਸਦੀ ਹੋ ਤਾਂ ਮੈਂ ਹੁਣ ਤੋੜੀ ਤੈਨੂੰ ਇਸ ਹਾਲ ਨੂੰ ਪਹੁੰਚਣੀ ਕਿਉਂ ਦਿੰਦੀ। ਪਰ ਹੁਣ ਵੀ ਡੁੱਲੇ ਬੇਰਾਂ ਦਾ ਕੀ ਵਿਗੜਿਆ ਏ? ਚੁੱਪ ਕਰ ਬੀਬੀ ਭੈਣ, ਮੈਂ ਦਿਨਾਂ ਵਿੱਚ ਹੀ ਸਭ ਕੁਝ ਠੀਕ ਕਰ ਦਿਆਂਗੀ। ਦਲੀਪ ਕੌਰ ਜਰਾ ਹੋਰ ਜ਼ੋਰ ਦੀ ਸਿਸਕੀਆਂ ਭਰਦੀ ਹੋਈ ਬੋਲੀ, ਭੈਣ ਮੈਂ ਡਾਢੀ ਦੁਖੀ ਹੋ ਗਈ ਆਂ। ਮੈਂ ਤੇ ਕਹਿੰਨੀ ਆ ਰੱਬ ਕਰਕੇ ਕਿਸੇ ਦੀ ਆਈ ਮੈਨੂੰ ਪੈ ਜਾਵੇ। ਨੀ ਛੱਡ ਵੀ ਪਰਾਂ, ਤੂੰ ਤੇ ਬਾਲਾਂ ਨਾਲੋਂ ਵੀ ਵੱਧ ਗਈ ਏ। ਮੰਨੀ ਦੇ ਭਾਈਏ ਨੂੰ ਐਸੇ ਤਰੀਕੇ ਆਉਂਦੇ ਨੇ, ਜੇ ਤੂੰ ਕਹੇ ਤਾਂ ਤੈਨੂੰ ਹੱਥਾਂ ਤੇ ਸਰੋਂ ਜਮਾ ਕੇ ਦੱਸ ਦੇਵੇ। ਚੁੱਪ ਕਰ, ਅੱਜ ਮੈਂ ਪੁੱਛ ਕੇ ਤੈਨੂੰ ਦੱਸਾਂਗੀ। ਲੈ ਖਾਂ, ਇਹ ਤੇ ਗੱਲ ਹੀ ਕੁਛ ਨਹੀਂ, ਤੂੰ ਤੇ ਐਵੇਂ ਖਪਣ ਡਈ ਹੋਈ ਏ। ਦਲੀਪ ਕੌਰ ਦੇ ਦਿਲ ਨੂੰ ਬਹੁਤ ਕੁਝ ਧੀਰਜ ਹੋ ਗਿਆ। ਉਧਰ ਹੇਮਰਾਜ ਵੀ ਸੁੱਤਾ ਸਭ ਕੁਝ ਸੁਣ ਰਿਹਾ ਸੀ। ਉਹ ਅੱਗੇ ਹੀ ਇਹੋ ਜਿਹੇ ਮੌਕਿਆਂ ਦੀ ਭਾਲ ਵਿੱਚ ਰਹਿੰਦਾ ਸੀ, ਪਰ ਇਹ ਤਾਂ ਉਸਨੂੰ ਫਸਿਆ ਫਸਾਇਆ ਸ਼ਿਕਾਰ ਮਿਲ ਗਿਆ। ਇਸ ਵੇਲੇ ਦਲੀਪ ਕੌਰ ਨੂੰ ਹੇਠੋਂ ਕਿਸੇ ਨੇ ਆਵਾਜ਼ ਦਿੱਤੀ। ਉਸਨੇ ਬਾਰੀ ਵਿੱਚੋਂ ਤੱਕਿਆ। ਇਹ ਉਸਦਾ ਪਤੀ ਸੀ ਜਿਹੜਾ ਸ਼ਨੀਚਰਵਾਰ ਹੋਣ ਕਰਕੇ ਅੱਜ 2 ਵਜੇ ਹੀ ਦਫ਼ਤਰੋਂ ਆ ਗਿਆ ਸੀ। ਦਲੀਪ ਕੌਰ, ਚਲੋ ਆਉਣੀ ਆ ਕਹਿ ਕੇ ਫਿਰ ਸੁਭੱਦਰਾ ਨਾਲ ਗੱਲੀ ਜੁਟ ਪਈ।
ਗੱਲਾਂ ਕਰਦਿਆਂ ਕਰਦਿਆਂ ਜਦੋਂ ਚੋਖਾ ਚਿਰ ਬੀਤ ਗਿਆ ਤਾਂ ਹੇਠੋਂ ਫਿਰ ਜੋਗਿੰਦਰ ਸਿੰਘ ਨੇ ਆਵਾਜ਼ ਦਿੱਤੀ, ਆ ਵੀ ਹੁਣ। ਦਲੀਪ ਕੌਰ ਜਾਣਬੁੱਝ ਕੇ ਕੰਨਾਂ ਘੇਸੀ ਮਾਰ ਗਈ। ਸੁਭੱਦਰਾ ਨੇ ਕਿਹਾ, ਨੀ ਗੱਭਰੂ ਵਾਜਾ ਪਿਆ ਮਾਰਦਾ ਈ, ਜਵਾਬ ਤਾਂ ਦੇ ਸੂ। ਦਲੀਪ ਨੌਕਰ ਨੇ ਬੇਪਰਵਾਹੀ ਨਾਲ ਕਿਹਾ। ਦਲੀਪ ਕੌਰ ਨੇ ਬੇਪਰਵਾਹੀ ਨਾਲ ਕਿਹਾ, ਨੀ ਛੱਡ ਸੂ ਪਰੇ, ਉਹਨੂੰ ਤੇ ਕੰਨ ਖਾਣ ਦੀ ਵਾਦੀ ਪਈ ਹੋਈ ਏ। ਆ ਗਿਆ ਈ ਅੱਜ ਸਵਖਤੇ ਹੀ ਘੈਂ ਘੈਂ ਕਰਦਾ। ਹੇਮਰਾਜ ਨੇ ਵੇਖਿਆ ਕਿ ਇਹ ਤਾਂ ਆਪਣੇ ਹੀ ਘੜੇ ਦੀ ਮੱਛੀ ਹੈ। ਅੰਬ ਜਦ ਤੱਕ ਉੱਚੀ ਟਾਹਣੀ ਨਾਲ ਹੁੰਦਾ ਹੈ ਤਦ ਤੱਕ ਕਿਸੇ ਰਾਹੀ ਦਾ ਉਸਨੂੰ ਤੋੜਨ ਦਾ ਹੌਸਲਾ ਨਹੀਂ ਪੈਂਦਾ। ਕੇਵਲ ਰਾਖੇ ਦੇ ਡਰ ਕਰਕੇ ਹੀ ਨਹੀਂ ਬਲਕਿ ਇਸ ਲਈ ਵੀ ਕਿ ਉੱਥੋਂ ਤੱਕ ਉਸਦੀ ਪਹੁੰਚ ਹੀ ਕਠਨ ਹੁੰਦੀ ਹੈ। ਪਰ ਜਦ ਰਾਹੀ ਵੇਖਦਾ ਹੈ ਇਹ ਉਹੀ ਅੰਬ ਟਹਿਣੀ ਨਾਲੋਂ ਟੁੱਟ ਕੇ ਉਸਦੇ ਪੈਰਾਂ ਕੋਲ ਪਿਆ ਹੈ ਤਾਂ ਇਸ ਸੂਰਤ ਵਿੱਚ ਜੇ ਉਸਦਾ ਦਿਲ ਲਲਚਾ ਜਾਏ ਤਾਂ ਕੋਈ ਅਚੰਭੇ ਦੀ ਗੱਲ ਨਹੀਂ। ਹੇਮਰਾਜ ਦੀ ਦਲੇਰੀ ਵੱਧ ਗਈ। ਉਸਦੇ ਚੰਚਲ ਮਨ ਨੂੰ ਇੱਕ ਨਵਾਂ ਰਾਹ ਦਿਸਿਆ ਤੇ ਦਿਲ ਵਿੱਚ ਇੱਕ ਲਹਿਰ ਉੱਠ ਖੜੀ ਹੋਈ। ਉਹ ਉੱਠ ਬੈਠਾ। ਝੱਟ ਹੀ ਦਲੀਪ ਕੌਰ ਉੱਠ ਕੇ ਘਰ ਵੱਲ ਤੁਰ ਪਈ। ਜਾਂਦੀ ਹੋਈ ਸੁਭੱਦਰਾ ਨੂੰ ਕਹਿ ਗਈ, ਮੇਰੇ ਕੰਮ ਦਾ ਚੇਤਾ ਹੀ ਨਾ। ਉਸਨੇ ਕਿਹਾ, ਤੂੰ ਫਿਕਰ ਕੋਈ ਨਾ ਕਰ, ਮੈਂ ਹੁਣੇ ਸਾਰੀ ਗੱਲ ਕਰਾਂਗੀ। ਜੋਗਿੰਦਰ ਸਿੰਘ ਘਰ ਬੈਠਾ ਦਲੀਪ ਕੌਰ ਦਾ ਰਾਹ ਤੱਕ ਰਿਹਾ ਸੀ। ਕਦੇ ਕਦੇ ਉਹ ਗੁੱਸੇ ਨਾਲ ਤਲਮਲਾ ਉੱਠਦਾ ਤੇ ਸੋਚਦਾ, ਇਸ ਨੂੰ ਮੇਰੇ ਆਖੇ ਵੇਖੇ ਦੀ ਪਰਵਾਹ ਹੀ ਕੋਈ ਨਹੀਂ ਰਹੀ। ਮੈਂ ਇਸ ਨੂੰ ਬਹੁਤ ਸਿਰੇ ਚੜਾ ਛੱਡਿਆ ਏ। ਜੇ ਹੁਣ ਵੀ ਇਸ ਨੂੰ ਰਾਹ ਤੇ ਨਾ ਲਿਆਂਦਾ ਤਾਂ ਫਿਰ ਇਸ ਨੂੰ ਕਾਬੂ ਆਉਣਾ ਔਖਾ ਹੋ ਜਾਵੇਗਾ। ਅੱਜ ਆਵੇਗੀ ਤਾਂ ਜਰਾ ਚੰਗੀ ਤਰ੍ਹਾਂ ਖਬਰ ਲਵਾਂਗਾ। ਇਸ ਵੇਲੇ ਹਰਨੀ ਵਾਂਗ ਟਪੋਸੀਆਂ ਮਾਰਦੀ ਤੇ ਮੋਢੇ ਹਿਲਾਉਂਦੀ ਹੋਈ ਦਲੀਪ ਕੌਰ ਉਸਦੇ ਸਾਹਮਣੇ ਆਈ ਤੇ ਆਉਂਦਿਆਂ ਹੀ ਬੋਲੀ, ਅੱਜ ਸਵੇਰੇ ਹੀ ਆ ਗਏ ਹੋ। ਵਹੁਟੀ ਦੀ ਇੱਕੋ ਮੁਸਕਰਾਹਟ ਤੇ ਦੋ ਤਿੰਨਾਂ ਮਟਕ ਹੁਲਾਰਿਆਂ ਦੇ ਸਾਹਮਣੇ ਜੋਗਿੰਦਰ ਸਿੰਘ ਦਾ ਗੁੱਸਾ ਇਉਂ ਉੱਡ ਗਿਆ ਜਿਕਨ ਹਵਾ ਆਉਣ ਨਾਲ ਮੱਛਰ ਉੱਡ ਜਾਂਦੇ ਹਨ। ਉਹ ਤਾੜਨਾ ਭਰੇ ਪਿਆਰ ਨਾਲ ਬੋਲਿਆ, ਤੇ ਉੱਥੇ ਘਰ ਪਾ ਬਹਿਣਾ ਸੀ। ਆਵਾਜ਼ਾਂ ਮਾਰ ਮਾਰ ਕੇ ਸੰਗ ਵੀ ਸੁੱਕ ਗਿਆ ਏ। ਤੇ ਮੈਂ ਕਿਹਾ ਜੋ ਸੀ ਆਉਣੀ ਆ, ਉਹ ਤਾਂ ਤੂੰ ਪਹਿਲੀ ਵਾਰੀ ਕਿਹਾ ਸੀ, ਦੂਜੀ ਵਾਰੀ ਫਿਰ ਜਾ ਕੇ ਮੈਂ ਖੌਰੇ 50 ਆਵਾਜ਼ਾਂ ਮਾਰੀਆਂ ਹੋਣੀਆਂ ਨੇ। ਉਦੋਂ ਧੁਰ ਉਤਰਲੀ ਛੱਤੇ ਜਾ ਕੇ ਸੁਭੱਦਰਾ ਨਾਲ ਤਾਸ਼ ਪਈ ਖੇਡਦੀ ਸਾਂ, ਭਲਾ ਉੱਥੇ ਐਡੀ ਦੂਰ ਆਵਾਜ਼ ਕੀਕਨ ਪਹੁੰਚਣੀ ਸੀ। ਜੋਗਿੰਦਰ ਸਿੰਘ ਨਿਰੁੱਤਰ ਹੋ ਗਿਆ। ਅੰਕ 8ਵਾਂ। ਹੇਮਰਾਜ ਨੇ ਸੁਭੱਦਰਾ ਨੂੰ ਪੁੱਛਿਆ, ਕੀ ਕਹਿੰਦੀ ਸੀ ਮੇਰੇ ਕੰਮ ਦਾ ਚੇਤਾ ਰੱਖੀ। ਸੁਭੱਦਰਾ ਨੇ ਕਿਹਾ, ਕੰਮ ਕਹਿੰਦੀ ਸੀ ਸੁਆਹ ਤੇ ਮਿੱਟੀ। ਕਹਿੰਦੀ ਸੀ ਕਿ ਕਿਸੇ ਤਰ੍ਹਾਂ ਮੇਰੀ ਸੌਂਕਣ ਲਾਂਭੇ ਹੋ ਜਾਵੇ। ਤੇ ਤੂੰ ਕੀ ਕਿਹਾ ਫਿਰ। ਮੈਂ ਕਿਹਾ ਸੀ ਪੁੱਛ ਕੇ ਦੱਸਾਂਗੀ। ਹੇਮਰਾਜ ਥੋੜਾ ਚਿਰ ਸੋਚ ਕੇ ਬੋਲਿਆ, ਮੈਂ ਤੈਨੂੰ ਇਸ ਦਾ ਇਲਾਜ ਦੱਸਾਂ। ਦੱਸੋ। ਇਸ ਤੋਂ ਬਾਅਦ ਉਹ ਸੁਭੱਦਰਾ ਦੇ ਕੰਨ ਨਾਲ ਮੂੰਹ ਲਾ ਕੇ ਚੋਖਾ ਚਿਰ ਉਸਨੂੰ ਕੁਝ ਕਹਿੰਦਾ ਰਿਹਾ। ਫਿਰ ਦੋਹਾਂ ਨੇ ਖੁਸ਼ੀ ਦਾ ਇੱਕ ਕਹਿ ਕਹਾ ਮਾਰਿਆ ਤੇ ਉਸ ਤੋਂ ਕੁਝ ਚਿਰ ਬਾਅਦ ਸੁਭੱਦਰਾ ਉੱਠ ਕੇ ਦਲੀਪ ਕੌਰ ਦੇ ਘਰ ਵੱਲ ਤੁਰ ਪਈ। ਉਸ ਦੇ ਘਰ ਜਾ ਕੇ ਆਵਾਜ਼ ਦੇ ਕੇ ਉਸਨੇ ਦਲੀਪ ਕੌਰ ਨੂੰ ਹੇਠਾਂ ਹੀ ਸੱਦ ਲਿਆ ਤੇ ਅੱਧਾ ਕੁ ਘੰਟਾ ਡਿਉੜੀ ਵਿੱਚ ਖਲੋ ਕੇ ਦੋਵੇਂ ਘੁਸਰ ਮੁਸਰ ਕਰਦੀਆਂ ਰਹੀਆਂ। ਸੁਭੱਦਰਾ ਜਾਂਦਿਆਂ ਹੋਇਆਂ ਦਲੀਪ ਕੌਰ ਦੀ ਮੁੱਠੀ ਵਿੱਚ ਕੋਈ ਚੀਜ਼ ਦੇ ਕੇ ਕਹਿਣ ਲੱਗੀ, ਤੈਨੂੰ ਪਤਾ ਵੇ ਨਾ ਉਹ ਕੱਲ ਜ਼ਰੂਰ ਜਾਏਗੀ। ਦਲੀਪ ਕੌਰ ਨੇ ਜੋਸ਼ ਨਾਲ ਕਿਹਾ, ਆਹੋ, ਉਹ ਹਰ ਐਤਵਾਰ ਨੂੰ ਜਾਂਦੀ ਹੁੰਦੀ ਏ। ਚੰਗਾ, ਫਿਰ ਖਿਆਲ ਰੱਖੀ ਸਾਰੀ ਗੱਲ ਦਾ, ਕਹਿ ਕੇ ਸੁਭੱਦਰਾ ਛੇਤੀ ਛੇਤੀ ਉੱਥੋਂ ਚਲੀ ਗਈ। ਅੰਕ 9ਵਾਂ। ਸੁਣੀ ਜੇ ਹੋਰ ਗੱਲ। ਕੀ। ਆਪਣੀ ਵਹੁਟੀ ਰਾਣੀ ਦੀ ਕਰਤੂਤ। ਕੀ ਕਰਤੂਤ। ਮੈਂ ਤੇ ਕੋਈ ਨਹੀਂ ਸੁਣੀ। ਆਹੋ ਜੀ, ਤੁਸਾਂ ਕਾਹਨੂੰ ਸੁਣਨੀ ਹੋਈ। ਉਦੋਂ ਪਤਾ ਲੱਗੇਗਾ ਜਦੋਂ ਉੱਲੂ ਬਾਟਾ ਬਣਾ ਕੇ ਮੰਜੇ ਤੇ ਪਾ ਦੇਵੇਗੀ। ਉਹ ਬੀਬੀ ਰਾਣੀ ਤੇ ਸਾਰੇ ਸ਼ਹਿਰ ਦੇ ਟੂਣੇ ਤਵੀਤ ਵਿਹਾਜਦੀ ਤੇ ਮਸਾਨ ਸ਼ਾਨਦੀ ਫਿਰਦੀ ਏ ਤੇ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਹੀ ਕੋਈ ਨਹੀਂ। ਜੋਗਿੰਦਰ ਸਿੰਘ ਦਾ ਸ਼ਕੁੰਤਲਾ ਵੱਲੋਂ ਭਾਵੇਂ ਦਿਲ ਫਿਰ ਚੁੱਕਾ ਸੀ, ਉਹ ਉਸ ਨਾਲ ਬੋਲਦਾ ਚਾਲਦਾ ਵੀ ਘੱਟ ਵੱਧ ਹੀ ਸੀ, ਪਰ ਉਸ ਦੇ ਸਬੰਧ ਵਿੱਚ ਅਜਿਹੀ ਗੱਲ ਕਦੇ ਉਸਨੂੰ ਰੱਬ ਆ ਕੇ ਕਹਿੰਦਾ ਤਾਂ ਵੀ ਉਹ ਇਤਬਾਰ ਨਾ ਕਰਦਾ। ਉਸ ਨੂੰ ਹਾਸਾ ਆ ਗਿਆ ਤੇ ਮਖੌਲ ਨਾਲ ਬੋਲਿਆ, ਪਾਗਲ ਕਿਸੇ ਥਾਂ ਦੀ, ਇਹ ਤੈਨੂੰ ਕਿਸਨੇ ਵਹਿਮ ਪਾਇਆ। ਸ਼ਕੁੰਤਲਾ ਤੇ ਅਜਿਹੀ ਗੱਲ ਦੀ ਕਦੇ ਆਸ ਨਹੀਂ ਹੋ ਸਕਦੀ। ਪਤੀ ਦਾ ਇਹ ਵਿਅੰਗ ਭਾਵ ਵੇਖ ਕੇ ਦਲੀਪ ਕੌਰ ਦੇ ਤਨ ਮਨ ਨੂੰ ਅੱਗ ਲੱਗ ਉੱਠੀ, ਪਰ ਇਹ ਸੋਚ ਕੇ ਕਿ ਕੰਮ ਖਿਸਕ ਨਾ ਜਾਵੇ ਉਹ ਗੰਭੀਰਤਾ ਨਾਲ ਬੋਲੀ, ਚੰਗਾ, ਫਿਰ ਸਾਨੂੰ ਕੀ। ਆਪਣੇ ਨਸੀਬਾਂ ਦਾ ਪੀਠਾ ਬੈਠ ਛਾਨੋਗੇ। ਮੈਂ ਤੁਹਾਨੂੰ ਦੱਸਣਾ ਸੀ, ਦੱਸ ਦਿੱਤਾ। ਮੇਰੀ ਗੱਲ ਦਾ ਤਾਂ ਤੁਹਾਨੂੰ ਨਾ ਕਦੇ ਇਤਬਾਰ ਆਇਆ ਤੇ ਨਾ ਆਉਣਾ ਏ। ਜੋਗਿੰਦਰ ਸਿੰਘ ਭਾਵੇਂ ਸਾਰਾ ਦਲੀਪ ਕੌਰ ਦਾ ਵਹਿਮ ਸਮਝਦਾ ਸੀ, ਪਰ ਇਹ ਖਿਆਲ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਕਿ ਦਲੀਪ ਕੌਰ ਛਲ ਕਰ ਰਹੀ ਹੈ। ਉਹ ਚਾਹੁੰਦਾ ਸੀ ਕਿ ਵਹੁਟੀ ਦਾ ਇਹ ਵਹਿਮ ਕਿਸੇ ਤਰ੍ਹਾਂ ਉਸਦੇ ਦਿਲ ਚੋਂ ਕੱਢ ਦਿਆਂ। ਉਸਨੇ ਕਿਹਾ,
ਪਰ ਤੈਨੂੰ ਇਸ ਗੱਲ ਦਾ ਕੀਕਨ ਪਤਾ ਲੱਗਾ? ਕੀਕਨ ਪਤਾ ਲੱਗਾ? ਅੱਖੀ ਡਿੱਠਿਆ ਤੇ ਕੰਨੀ ਸੁਣੇ ਦਾ ਫਰਕ ਹੁੰਦਾ ਏ। ਮੇਰੀ ਸਾੜੀ ਦੀ ਪਿੰਨ ਗਵਾਚ ਗਈ ਸੀ। ਲੱਭਦੀ ਮੈਂ ਹੇਠਾਂ ਚਲੀ ਗਈ। ਜਦ ਮੈਂ ਰਸੋਈ ਵੱਲੋਂ ਲੰਘੀ ਤਾਂ ਅੰਦਰੋਂ ਗੱਲਾਂ ਦੀ ਆਵਾਜ਼ ਪਈ ਆਉਂਦੀ ਸੀ। ਉਹ ਆਪਣੀ ਇੱਕ ਸਹੇਲੀ ਜਿੰਦੋ ਨਾਲ ਗੱਲਾਂ ਪਈ ਕਰਦੀ ਸੀ। ਸਹੇਲੀ ਉਸਨੂੰ ਕਹਿਣ ਡਈ ਹੋਈ ਸੀ, ਕੱਲ ਮੈਂ ਤੈਨੂੰ ਇੱਕ ਫਕੀਰ ਕੋਲ ਲੈ ਚੱਲਾਂਗੀ। ਉਹ ਤੈਨੂੰ ਮਸਾਨਾ ਦੀ ਵਿਭੂਤੀ ਤੇ ਤਵੀਤ ਦੇਵੇਗਾ। ਬਸ ਇਹ ਦੋ ਚੀਜ਼ਾਂ ਇੱਕ ਵਾਰੀ ਤੇਰੇ ਗੱਭਰੂ ਦੇ ਸਿਰ ਨਾਲ ਛੋਹਣ ਦੀ ਢਿੱਲ ਹੈ। ਫਿਰ ਵੇਖੀ ਉਹ ਦਲੀਪ ਕੌਰ ਤੋਂ 12-12 ਕੋਹ ਨੱਸੇਗਾ ਤੇ ਤੇਰਾ ਹੱਥ ਬੱਧੀ ਗੁਲਾਮ ਬਣ ਜਾਵੇਗਾ। ਜੋਗਿੰਦਰ ਸਿੰਘ ਗੱਲ ਸੁਣ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਥੋੜਾ ਚਿਰ ਕੁਝ ਸੋਚ ਕੇ ਉਸਨੇ ਕਿਹਾ, ਫਿਰ ਸ਼ਕੁੰਤਲਾ ਨੇ ਕੀ ਕਿਹਾ ਸੀ? ਕਿਹਾ ਕੀ ਸੀ? ਉਸ ਨੂੰ ਗੱਲ ਸੁਣ ਕੇ ਲਾਲੀਆਂ ਚੜ ਗਈਆਂ। ਉਹ ਕਹਿਣ ਲੱਗੀ, ਹੁਣੇ ਹੀ ਚੱਲ। ਪਰ ਜਿੰਦੋ ਆਖਣ ਲੱਗੀ, ਅੱਜ ਨਹੀਂ, ਕੱਲ ਚੱਲਾਂਗੀਆਂ। ਨਾਲੇ ਕੱਲ ਐਤਵਾਰ ਚੰਗਾ ਦਿਨ ਹੈ। ਜੋਗਿੰਦਰ ਸਿੰਘ ਨੂੰ ਸ਼ਕੁੰਤਲਾ ਉੱਤੇ ਸ਼ੱਕ ਹੋਇਆ ਕਿ ਨਹੀਂ, ਇਸ ਬਾਬਤ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਸ ਦੀ ਇਹ ਮਰਜ਼ੀ ਜ਼ਰੂਰ ਹੋ ਗਈ ਕਿ ਇਸ ਗੱਲ ਦੀ ਪੜਤਾਲ ਕਰਨੀ ਚਾਹੀਦੀ ਹੈ। ਉਸਨੇ ਫਿਰ ਪੁੱਛਿਆ, ਕੱਲ ਕਿਸ ਵੇਲੇ ਜਾਣ ਦੀ ਪੱਕੀ ਹੋਈ ਸੀ? ਲੌਡੇ ਵੇਲੇ 4 ਵਜੇ। ਜੋਗਿੰਦਰ ਸਿੰਘ ਨੇ ਸਾਰੀ ਰਾਤ ਬੇਆਰਾਮੀ ਵਿੱਚ ਕੱਟੀ ਤੇ ਤਰ੍ਹਾਂ ਦੇ ਖਿਆਲਾਂ ਵਿੱਚ ਘਿਰਿਆ ਰਿਹਾ। ਦੂਜੇ ਦਿਨ ਐਤਵਾਰ ਸੀ। ਜੋਗਿੰਦਰ ਸਿੰਘ ਨੂੰ ਵੀ ਵੇਲ ਸੀ। ਸ਼ਾਮ ਦੇ 4 ਵਜੇ ਗਲੀ ਦੀਆਂ ਜਨਾਨੀਆਂ, ਜਿਨ੍ਹਾਂ ਵਿੱਚ ਜਿੰਦੋ ਵੀ ਸੀ, ਸ਼ਕੁੰਤਲਾ ਨੂੰ ਸੱਦਣ ਆਈਆਂ। ਸ਼ਕੁੰਤਲਾ ਇਸ ਵੇਲੇ ਡਿਊੜੀ ਦੇ ਨਾਲ ਵਾਲੀ ਕੋਠੜੀ ਵਿੱਚ ਮੰਜੇ ਤੇ ਲੰਮੀ ਪਈ ਹੋਈ ਸੀ। ਉਸ ਦਾ ਸਰੀਰ ਤਕੜਾ ਨਹੀਂ ਸੀ, ਪਰ ਸਹੇਲੀਆਂ ਨੇ ਉਸ ਨੂੰ ਧਿੱਗੋ ਜ਼ੋਰੀ ਉਠਾ ਕੇ ਨਾਲ ਲੈ ਹੀ ਲਿਆ। ਉਸਨੇ ਵੀ ਸੋਚਿਆ, ਇਸਤਰੀ ਸਤਸੰਗ ਵਿੱਚ ਜਾ ਕੇ ਜਰਾ ਦਿਲ ਹੋਰ ਥੈ ਪਵੇਗਾ। ਰਾਹ ਵਿੱਚ ਜਾਂਦਿਆਂ ਸ਼ਕੁੰਤਲਾ 1-2 ਥਾਈਂ ਸਾਹ ਲੈਣ ਲਈ ਬੈਠ ਗਈ। ਉਸਨੇ ਸਹੇਲੀਆਂ ਨੂੰ ਕਿਹਾ, ਅੜੀਓ, ਮੈਨੂੰ ਤੇ ਤੁਸੀਂ ਐਵੇਂ ਖਿੱਚ ਲਿਆਈਆਂ ਜੇ। ਚੰਗਾ ਭਲਾ ਕਿਹਾ ਸੀ ਭਈ ਮੇਥੋਂ ਟੁਰਿਆ ਨਹੀਂ ਜਾਣਾ। ਪੀੜ ਨਾਲ ਲੱਤਾਂ ਖਿੱਚੀ ਦੀਆਂ ਜਾਂਦੀਆਂ ਨੇ, ਸਾਰਾ ਸਰੀਰ ਟੁੱਟਦਾ ਏ। ਪਾਰੋ ਨੇ ਉਸ ਦੀ ਬਾਂਹ ਫੜਦਿਆਂ ਹੋਇਆ ਕਿਹਾ, ਤੁਰਿਆ ਨਹੀਂ ਜਾਂਦਾ ਤੇ ਆ ਮੈਂ ਤੈਨੂੰ ਕੁੱਛੜ ਚੁੱਕ ਲਵਾਂ। ਪਰ ਉਹ ਹੈਰਾਨ ਹੋ ਜਾਂਦੀ ਜਦ ਉਸ ਨੂੰ ਪਤਾ ਲੱਗਾ ਕਿ ਸ਼ਕੁੰਤਲਾ ਨੂੰ ਜ਼ੋਰ ਦਾ ਬੁਖਾਰ ਚੜਿਆ ਹੋਇਆ ਹੈ। ਇਸ ਦੀ ਹਾਲਤ ਵੇਖ ਕੇ ਸਾਰੀਆਂ ਉਦਾਸ ਹੋ ਗਈਆਂ ਤੇ ਘਰ ਮੁੜ ਚੱਲਣ ਦੀ ਸਲਾਹ ਕਰਨ ਲੱਗੀਆਂ। ਇੰਨੇ ਨੂੰ ਜਿੰਦੋ ਬੋਲੀ, ਮੇਰੀ ਤੇ ਸਲਾਹ ਏ ਸ਼ਕੁੰਤਲਾ ਨੂੰ ਬਾਵੇ ਮਣੀ ਪਾਸ ਲੈ ਚੱਲੀਏ। ਕੱਲ ਮੈਨੂੰ ਇੱਕ ਜਣੀ ਨੇ ਦੱਸਿਆ ਸੀ, ਅਖੇ ਬੁਖਾਰ ਦੀ ਦਵਾ ਉਸ ਪਾਸ ਹੱਦਾਂ ਦੀ ਏ, ਇੱਕੋ ਖੁਰਾਕ ਨਾਲ ਬੁਖਾਰ ਦਾ ਪਤਾ ਨਹੀਂ ਲੱਗਦਾ। ਪਾਰੋ ਬੋਲੀ, ਕੱਲ ਲੌਡੇ ਵੇਲੇ ਮੈਂ ਮੁੰਡੇ ਨੂੰ ਕੁੱਛੜ ਲੈ ਕੇ ਗਲੀ 'ਚ ਗਈ ਸਾਂ ਤਾਂ ਸੁਭੱਦਰਾ ਮਿਲੀ ਸੀ। ਮੈਂ ਪੁੱਛਿਆ, ਕਿੱਧਰੋਂ ਆਈ ਏ? ਉਸ ਅੱਗੋਂ ਦੱਸਿਆ ਕਿ ਮੁੰਨੀ ਨੂੰ ਪਰਸੋਂ ਬੁਖਾਰ ਹੋ ਗਿਆ ਸੀ, ਬਾਵੇ ਮਣੀ ਪਾਸੋਂ ਦਵਾਈ ਲੈ ਕੇ ਆਈ ਹਾਂ, ਇੱਕੋ ਪੁੜੀ ਨਾਲ ਆਰਾਮ ਆ ਗਿਆ ਸੂ। ਭਾਵੇਂ ਉਹ ਚੰਗੀ ਤਰ੍ਹਾਂ ਜਾਣਦੀਆਂ ਸਨ ਕਿ ਸੁਭੱਦਰਾ ਬੜੀ ਚਲਾਕ ਤੇ ਗਲਾਦੜ ਹੈ, ਪਰ ਇਸ ਗੱਲ ਵਿੱਚ ਝੂਠ ਬੋਲਣ ਦੀ ਉਹਨੂੰ ਕੀ ਲੋੜ ਪਈ ਸੀ? ਇਹ ਸੋਚ ਕੇ ਉਹਨਾਂ ਨੂੰ ਉਸ ਦੀ ਸੱਚਾਈ ਉੱਤੇ ਸ਼ੱਕ ਸੁਭਾਅ ਕਰਨ ਦੀ ਲੋੜ ਨਾ ਪਈ ਤੇ ਸਭ ਜਣੀਆਂ ਬਾਬੇ ਮਣੀ ਦੀ ਝੋਪੜੀ ਵੱਲ ਤੁਰ ਪਈਆਂ। ਥਾਂ ਨੇੜੇ ਹੀ ਸੀ। ਉਹ ਛੇਤੀ ਹੀ ਜਾ ਪਹੁੰਚੀਆਂ। ਬਾਵਾ ਮਣੀ ਕੋਈ ਫਕੀਰਾਂ ਚੋਂ ਫਕੀਰ ਨਹੀਂ ਸੀ। ਉਹ ਦੀਵਾਨਾ ਜਿਹਾ ਮੰਗਤਾ ਸੀ। ਮੰਗ ਪਿੰਨ ਕੇ ਢਿੱਡ ਭਰ ਛੱਡਦਾ ਤੇ ਕੁੱਲੀ ਵਿੱਚ ਸੌ ਰਹਿੰਦਾ ਸੀ। 5-7 ਕੁੱਤਿਆਂ ਦੇ ਕਤੂਰੇ ਉਸਨੇ ਪਾਲੇ ਹੋਏ ਸਨ। ਸਾਰਾ ਦਿਨ ਉਹਨਾਂ ਦੇ ਸ਼ੁਗਲ ਵਿੱਚ ਲੱਗਾ ਰਹਿੰਦਾ ਸੀ। 4-5 ਜਨਾਨੀਆਂ ਨੂੰ ਝੋਪੜੀ ਅੱਗੇ ਬੈਠੀਆਂ ਵੇਖ ਕੇ ਉਸਨੂੰ ਹੈਰਾਨੀ ਨਾਲ ਪੁੱਛਿਆ, ਮਾਈ ਕਿਆ ਬਾਤ ਹੈ? ਇੱਕ ਉਹਨਾਂ ਵਿੱਚੋਂ ਬੋਲੀ, ਬਾਵਾ ਜੀ, ਸਾਨੂੰ ਬੁਖਾਰ ਦੀ ਦਵਾਈ ਦਿਓ, ਸਾਡੀ ਸਾਥਰ ਨੂੰ ਤਾਪ ਚੜਿਆ ਹੋਇਆ ਏ। ਫਕੀਰ ਗੁੱਸੇ ਨਾਲ ਬੋਲਿਆ, बुखार की दवाई? अरे तुम लोग पगली हो क्या? हमने यहाँ डॉक्टरी खोल रखी है, जाओ शहर में जाके किसी हकीम से मांगो। इतना कह के उस कुत्तियां नू चुचू करदा एक पासे लै तुरिया ते सारियां शर्मिंदगियां होके जिधरों आईयां सन उधरे मुड़ गईयां। इस वेले उन्हां डिठा जोगिंदर सिंह बाईसाइकिल ते चढ़िया होया एक पास्यों आके दूजे पासे निकल गया। एक ने शकुंतला नू पुछया, नी तेरा गभरू अज किधर पिया फिरदा ए? ਉਹ ਬੋਲੀ, ਛੁੱਟੀ ਦਾ ਦਿਨ ਏ, ਸੈਲ ਸਪਾਟੇ ਲਈ ਇਸ ਪਾਸੇ ਨਿਕਲ ਆਏ ਹੋਣਗੇ। ਸ਼ਕੁੰਤਲਾ ਦਾ ਬੁਖਾਰ ਹੋਰ ਤੇਜ਼ ਹੋ ਗਿਆ ਤੇ ਇਸਤਰੀ ਸਤਸੰਗ ਜਾਣ ਦੇ ਖਿਆਲ ਨੂੰ ਛੱਡ ਕੇ ਸਾਰੀਆਂ ਆਪੋ ਆਪਣੇ ਘਰੀ ਜਾ ਪੁੱਜੀਆਂ। ਸੰਧਿਆ ਨੂੰ ਦਲੀਪ ਕੌਰ ਸੁਭੱਦਰਾ ਦੇ ਟਾਂਗੇ ਤੇ ਚੜ ਕੇ ਉਹਨਾਂ ਨਾਲ ਹਵਾਖੋਰੀ ਲਈ ਬਾਹਰ ਚਲੀ ਗਈ ਤੇ ਜੋਗਿੰਦਰ ਸਿੰਘ ਸਿਨਮੇ ਜਾ ਵੜਿਆ। ਘਰ ਵਿੱਚ ਇਕੱਲੀ ਸ਼ਕੁੰਤਲਾ ਹੀ ਸੀ। ਉਹ ਤੁਰਦੀ ਫਿਰਦੀ ਉੱਪਰਲੀ ਬੈਠਕ ਵਿੱਚ ਜਾ ਪੁੱਜੀ। ਉਹਨੇ ਵੇਖਿਆ ਕਿ ਕਮਰੇ ਦੀ ਹਰ ਇੱਕ ਚੀਜ਼ ਖਸਤਾ ਹਾਲ ਪਈ ਹੈ। ਫਰਸ਼ ਉੱਤੇ ਕੇਲਿਆਂ ਤੇ ਸੰਤਰਿਆਂ ਦੀਆਂ ਛਿੱਲਾਂ ਇੱਧਰ ਉੱਧਰ ਖਿਲਰੀਆਂ ਪਈਆਂ ਹਨ।
ਮੇਜ਼ ਦਾ ਮੇਜ਼ਪੋਸ਼ ਇੱਕ ਪਾਸੇ ਇਕੱਠਾ ਹੋਇਆ ਪਿਆ ਹੈ ਤੇ ਉਸ ਉੱਪਰਲੀਆਂ ਕਿਤਾਬਾਂ ਇਸ ਤਰ੍ਹਾਂ ਪਈਆਂ ਹਨ ਜਿਵੇਂ ਉਹਨਾਂ ਨੂੰ ਬਾਂਦਰ ਫਰੋਲ ਗਏ ਹੋਣ। ਉਸਨੇ ਪਹਿਲਾਂ ਸਾਰੇ ਕਮਰੇ ਵਿੱਚ ਬੌਂਕਰ ਦਿੱਤੀ, ਫਿਰ ਸਭ ਚੀਜ਼ਾਂ ਨੂੰ ਥਾਂ ਸਿਰ ਰੱਖ ਕੇ ਸਜਾ ਦਿੱਤਾ। ਬੂਟਾਂ ਤੇ ਸਲਿੱਪਰਾਂ ਦੇ ਕਈ ਜੋੜੇ ਜੋ ਪਲੰਘ ਦੇ ਹੇਠਾਂ ਉੱਕੜ ਦੁੱਕੜ ਖਿਲਰੇ ਪਏ ਸਨ ਇਕੱਠੇ ਕਰਕੇ ਇੱਕ ਕਿਤਾਰ ਵਿੱਚ ਰੱਖੇ। ਉਸ ਦੀ ਸਲਾਹ ਹੋਈ ਕਿ ਇਹਨਾਂ ਨੂੰ ਪਾਲਿਸ਼ ਕਰ ਦਿਆਂ, ਪਰ ਉਸ ਦਿਨ ਦੀ ਗੱਲ ਯਾਦ ਕਰਕੇ ਉਸ ਦਾ ਹੀਆ ਨਾ ਪਿਆ। ਇਸ ਕੰਮ ਤੋਂ ਵਿਹਲੀ ਹੋ ਕੇ ਉਹ ਹੇਠਾਂ ਜਾ ਕੇ ਡਿੱਗਦੀ ਢਹਿੰਦੀ ਰਸੋਈ ਦੇ ਆਰ ਲੱਗ ਗਈ। ਅੰਕ 10ਵਾਂ। ਗਏ ਸੌਂ? ਰਾਤ ਨੂੰ ਦਲੀਪ ਕੌਰ ਨੇ ਪਤੀ ਤੋਂ ਪੁੱਛਿਆ। ਉਸਨੇ ਉੱਤਰ ਦਿੱਤਾ, ਗਿਆ ਸਾਂ। ਫਿਰ ਕੀ ਡਿੱਠਾ? ਜੋ ਕੁਝ ਤੂੰ ਕਿਹਾ ਸੀ ਉਹ ਕੁਝ। ਗੱਲ ਸੁਣ ਕੇ ਦਲੀਪ ਕੌਰ ਖੁਸ਼ੀ ਨਾਲ ਭੁੜਕ ਪਈ। ਆਪਣੇ ਭਾਵਾਂ ਨੂੰ ਲੁਕਾਉਂਦੀ ਹੋਈ ਬੋਲੀ, ਵੇਖਿਆ ਜੇ, ਮੰਨਦੇ ਨਹੀਂ ਸੋ ਮੇਰੀ ਗੱਲ। ਮੈਂ ਤੁਹਾਨੂੰ ਰੋਜ਼ ਕਹਿੰਦੀ ਸਾਂ ਇਸ ਫੱਫੇ ਕੁੱਟਣੀ ਤੋਂ ਬਚ ਕੇ ਰਹਿਣਾ, ਪਰ ਤੁਸੀਂ ਤੇ ਇਹੋ ਸਮਝਦੇ ਰਹੇ ਜਿੱਕਣ ਮਈਓ ਤੁਹਾਡੀ ਦੁਸ਼ਮਣ ਆ। ਕਹਿੰਦਿਆਂ ਦਲੀਪ ਕੌਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਜੋਗਿੰਦਰ ਸਿੰਘ ਨੂੰ ਅੱਜ ਇਹ ਹੋਰ ਸਾਰੇ ਦਿਨਾਂ ਨਾਲੋਂ ਪਿਆਰੀ ਲੱਗ ਰਹੀ ਸੀ। ਸੱਚੀ ਗੱਲ ਤਾਂ ਇਹ ਹੈ ਕਿ ਜਿਹੜੇ ਗੁਣ ਕਿਸੇ ਜ਼ਮਾਨੇ ਵਿੱਚ ਉਸਨੂੰ ਸ਼ਕੁੰਤਲਾ ਵਿੱਚ ਵਿਖਾਈ ਦਿੰਦੇ ਸਨ, ਉਹ ਸਾਰੇ ਉਹੀ ਕਿਉਂ ਸਗੋਂ ਉਹਨਾਂ ਨਾਲੋਂ ਵੀ ਵਧੇਕ ਉਸਨੂੰ ਅੱਜ ਦਲੀਪ ਕੌਰ ਵਿੱਚ ਦਿਸ ਰਹੇ ਸਨ। ਇਸ ਦੇ ਨਾਲ ਹੀ ਉਸਨੂੰ ਆਪਣੇ ਇਸ ਕੀਤੇ ਦਾ ਪਛਤਾਵਾ ਵੀ ਹੋਣ ਲੱਗਾ ਕਿ ਇਸ ਤੋਂ ਪਹਿਲਾਂ ਹੀ ਮੈਂ ਇਸ ਦੀਆਂ ਦਾ ਇਤਬਾਰ ਕਿਉਂ ਨਾ ਕੀਤਾ। ਜਦ ਆਦਮੀ ਦੇ ਦਿਲ ਵਿੱਚ ਘ੍ਰਿਣਾ ਦਾ ਬੂਟਾ ਉੱਗ ਪਵੇ ਤਾਂ ਅਗਲੇ ਦੇ ਗੁਣ ਵੀ ਫਿਰ ਉਸਨੂੰ ਔਗਣ ਹੀ ਦਿਖਾਈ ਦਿੰਦੇ ਹਨ। ਜੋਗਿੰਦਰ ਸਿੰਘ ਨੇ ਪਿਛਲੇ ਲੰਮੇ ਸਮੇਂ ਵੱਲ ਇੱਕ ਨਜ਼ਰ ਮਾਰੀ। ਉਸ ਨੂੰ ਸ਼ਕੁੰਤਲਾ ਦੇ ਸਾਰੇ ਉਹ ਵਰਤਾਓ ਜਿਨ੍ਹਾਂ ਪਰ ਉਹ ਰਿੱਝਿਆ ਰਹਿੰਦਾ ਸੀ, ਛਲ ਕਪਟ ਦਗੇ ਫਰੇਬ ਨਾਲ ਭਰੇ ਹੋਏ ਦਿਖਾਈ ਦੇਣ ਲੱਗੇ। ਉਸਨੇ ਬੜੇ ਆਦਰ ਨਾਲ ਦਲੀਪ ਕੌਰ ਦੇ ਗਲ ਵਿੱਚ ਬਾਂਹ ਪਾ ਕੇ ਕਿਹਾ, ਸੱਚਮੁੱਚ ਇਹ ਸਾਰਾ ਮੇਰਾ ਹੀ ਕਸੂਰ ਹੈ। ਅੱਜ ਤੱਕ ਮੇਰੀਆਂ ਅੱਖਾਂ ਅੱਗੇ ਧੋਖੇ ਦਾ ਪਰਦਾ ਪਿਆ ਰਿਹਾ, ਪਰ ਤੁਸਾਂ ਜਾ ਕੇ ਡਿੱਠਾ ਕੀ ਕੁਝ? ਡਿੱਠਾ ਸਭ ਕੁਝ। ਉਹਨਾਂ ਦੇ ਘਰੋਂ ਨਿਕਲਦਿਆਂ ਹੀ ਮੈਂ ਚਿੱਤਰਗੁਪਤ ਵਾਂਗ ਉਹਨਾਂ ਦੇ ਪਿੱਛੇ ਲੱਗ ਪਿਆ। ਘਰੋਂ ਤਾਂ ਉਹ ਇਸਤਰੀ ਸਤਸੰਗ ਦਾ ਬਹਾਨਾ ਬਣਾ ਕੇ ਗਈਆਂ ਸਨ, ਪਰ ਜਾ ਵੜੀਆਂ ਇੱਕ ਫੁਕਰੇ ਜਿਹੇ ਪਾਸੇ। ਮੈਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਸ ਕੁੱਲੀ ਅੱਗੇ ਬੈਠਿਆਂ ਵੇਖਿਆ। ਤੇ ਤੁਸਾਂ ਇਹ ਨਾ ਵੇਖਿਆ ਜੋ ਉਸ ਪਾਸੋਂ ਕੀ ਕੁਝ ਉਹਨਾਂ ਲਿਆ ਦਿੱਤਾ? ਨਹੀਂ, ਮੈਂ ਦੂਰ ਹੀ ਵੇਖ ਕੇ ਇੱਕ ਪਾਸੇ ਚਲਾ ਗਿਆ। ਮੇਰਾ ਖਿਆਲ ਸੀ ਜੇ ਉਹਨਾਂ ਮੈਨੂੰ ਵੇਖ ਲਿਆ ਤਾਂ ਸਿਰ ਹੋ ਜਾਣਗੀਆਂ। ਫਿਰ ਕੀ? ਮੇਰੀ ਤੇ ਉਸੇ ਵੇਲੇ ਸਲਾਹ ਹੋਈ ਕਿ ਇਸ ਹਰਾਮਜ਼ਾਦੀ ਦੀ ਇੱਥੇ ਹੀ ਚੰਗੀ ਤਰ੍ਹਾਂ ਗੱਤ ਬਣਾਵਾਂ, ਪਰ ਫਿਰ ਆਪਣੀ ਇੱਜ਼ਤ ਦਾ ਖਿਆਲ ਕਰਕੇ ਮੈਂ ਚਲਾ ਆਇਆ। ਮੇਰੀ ਸਲਾਹ ਹੁਣੇ ਉਸਨੂੰ ਬੁਲਾ ਕੇ। ਅੱਧ ਵਿੱਚੋਂ ਹੀ ਦਲੀਪ ਕੌਰ ਨੇ ਗੱਲ ਟੋਕ ਕੇ ਕਿਹਾ, ਨਾ ਹਜੇ ਠਹਿਰ ਜਾਓ, ਏਡੀ ਕਾਲ ਨਾ ਕਰੋ। ਕਿਉਂ? ਤੁਸੀਂ ਵੇਖੋ ਤੇ ਸਹੀ ਹਜੇ ਹੋਰ ਕੀ ਕਰਦੀ ਏ। ਵਾਹ, ਤੂੰ ਵੀ ਪਾਗਲ ਹੀ ਏ। ਤੇਰੀ ਸਲਾਹ ਵੇ ਉਹ ਮੇਰੇ ਸਿਰ ਤੇ ਕੁਝ ਕਰ ਹੀ ਦੇਵੇ ਤਾਂ ਹੋਸ਼ ਕਰਾਂ। ਨਹੀਂ, ਮੈਂ ਉਸਨੂੰ ਕੁਝ ਹੋਰ ਕਰਨ ਦਾ ਮੌਕਾ ਨਹੀਂ ਦਿਆਂਗਾ। ਮੈਂ ਅੱਜ ਹੀ ਇਸ ਬਦਜ਼ਾਤ ਦੀ ਬੱਚੀ ਨੂੰ ਇਸ ਨੀਚਪੁਣੇ ਦਾ ਮਜ਼ਾ ਚਖਾਵਾਂਗਾ। ਹਾਇਆ, ਰੌਲਾ ਤੇ ਨਾ ਪਾਓ, ਹੇਠਾਂ ਬੈਠੀ ਏ, ਸੁਣ ਲਵੇਗੀ। ਜੋਗਿੰਦਰ ਸਿੰਘ ਨੇ ਗੁੱਸੇ ਨਾਲ ਕੰਬਦਿਆਂ ਹੋਇਆਂ ਕਿਹਾ, ਸੁਣ ਲਵੇਗੀ ਤਾਂ ਸੁਣ ਲਵੇ, ਹੋਰ 2 ਘੜੀਆਂ ਨੂੰ ਵੀ ਤਾਂ ਸੁਣੇਗੀ ਹੀ। ਹੱਥ ਤੇਰਾ ਬੇੜਾ ਗਰਕ ਹੋਵੇ ਸੱਪਣੀਏ। ਸ਼ਿਕਾਰ ਜਿਉਂ-ਜਿਉਂ ਨੇੜੇ ਆਉਂਦਾ ਜਾਂਦਾ ਸੀ, ਸ਼ਿਕਾਰੀ ਹੋਰ ਪਛਾਂ ਹਟ ਕੇ ਚੋਗਾ ਪਾਈ ਜਾਂਦਾ ਸੀ। ਦਲੀਪ ਕੌਰ ਨੇ ਵੇਖਿਆ ਕਿ ਹੁਣ ਸ਼ਿਕਾਰ ਦਾ ਸਿਰ ਕੁੜਕੀ ਵਿੱਚ ਚੰਗੀ ਤਰ੍ਹਾਂ ਫਸ ਚੁੱਕਾ ਹੈ, ਪਰ ਹਜੇ ਵੀ ਉਸ ਦਾ ਖਿਆਲ ਸੀ ਮਤਾ ਨਿਕਲ ਜਾਵੇ। ਜਰਾ ਗੰਭੀਰਤਾ ਨਾਲ ਬੋਲੀ, ਤੇ ਹੁਣ ਉਸਨੂੰ ਮਾਰ ਹੀ ਸੁੱਟਣਾ ਜੇ। ਦਫਾ ਕਰੋ ਸੋ ਮੂੰਹ ਕਾਲੀ ਨੂੰ। ਅੱਗੇ ਕਿਹੜੇ ਤੁਸੀਂ ਉਹਨੂੰ ਮੱਥੇ ਲਾਉਂਦੇ ਹੋ? ਜਾਣ ਦਿਓ, ਕੁਝ ਨਾ ਕਹਿਣਾ ਸੋ। ਜੋਗਿੰਦਰ ਸਿੰਘ ਦੇ ਗੁੱਸੇ ਦਾ ਇੰਜਨ ਹੋਰ ਵੀ ਤੇਜ਼ ਹੋ ਗਿਆ। ਇਸ ਗੱਲ ਦਾ ਸਬੂਤ ਉਸ ਦੀਆਂ ਅੱਖਾਂ ਤੇ ਹੋਠ ਦੇ ਰਹੇ ਸਨ। ਉਸ ਲਈ ਬੈਠੇ ਰਹਿਣਾ ਔਖੇ ਹੋ ਗਿਆ। ਮੰਜੇ ਤੋਂ ਉੱਠਦਾ ਹੋਇਆ ਬੋਲਿਆ, ਕੀ ਕਿਹਾ ਈ? ਕੁਝ ਨਾ ਕਹਿਣਾ? ਮੈਂ ਤਾਂ ਇੱਕ ਵਾਰੀ। ਪਰ ਦਲੀਪ ਕੌਰ ਨੇ ਝੱਟ ਹੀ ਉਛਲ ਕੇ ਪਤੀ ਦੇ ਗਲ ਦੋਹਾਂ ਬਾਹਾਂ ਦੀ ਕੰਘੀ ਪਾ ਲਈ ਤੇ ਉਸਨੂੰ ਮੰਜੇ ਤੇ ਸੁੱਟ ਕੇ ਇਸ ਤਰ੍ਹਾਂ ਉਥਲ-ਪੁਥਲ ਕਰਨ ਲੱਗੀ ਮਾਨੋ ਗੁੱਸਾ ਦੂਰ ਕਰਨ ਲਈ ਉਸ ਦਾ ਧਿਆਨ ਹੋਰ ਪਾਸੇ ਲਾ ਰਹੀ ਹੈ। ਜੋਗਿੰਦਰ ਸਿੰਘ ਆਪਣੇ ਆਪ ਨੂੰ ਉਸ ਪਾਸੋਂ ਛੁਡਾਉਣ ਲਈ ਝਪਟਦਾ ਰਿਹਾ ਤੇ ਉਹ ਇਸ ਨੂੰ ਝੰਜੋੜਦੀ ਹੋਈ ਕਦੇ ਮੰਜੇ ਦੇ ਇੱਕ ਪਾਸੇ ਰੇੜ ਲੈ ਜਾਂਦੀ, ਕਦੇ ਦੂਜੇ ਪਾਸੇ। ਇਸੇ ਰੱਸਾ ਖਿਚਾਈ ਵਿੱਚ ਸਰਾਣਾ ਮੰਜਿਓਂ ਹੇਠਾਂ ਡਿੱਗ ਪਿਆ ਤੇ ਜੋਗਿੰਦਰ ਸਿੰਘ ਦੀ ਨਜ਼ਰ ਸਿਰਾਂਦੀ ਵਾਲੇ ਹਿੱਸੇ ਤੇ ਪਈ। ਉਹ ਤਰਬਕ ਕੇ ਉੱਠਦਾ ਹੋਇਆ ਬੋਲਿਆ, ਠਹਿਰ ਜਾ, ਛੱਡ ਵੀ ਜ਼ਰਾ। ਨੀ ਇੱਧਰ ਤੇ ਤੱਕ ਆ ਕੀ ਏ?
ਪਰ ਦਲੀਪ ਕੌਰ ਨੇ ਗੱਲ ਸੁਣੀ ਹੀ ਨਹੀਂ। ਉਹ ਹੱਥੋਂ ਪਾਈ ਕਰਦੀ ਹੋਈ ਇਹੋ ਕਹੀ ਜਾਂਦੀ ਸੀ, ਜਾਨ ਵੀ ਦਿਓ ਹੁਣ ਵਿਚਾਰੀ ਨੂੰ, ਥਾਂ ਮਾਰ ਦੇਣਾ ਜੇ। ਨਸੀਹਤ ਰਾਹ ਰਾਹ ਦੀ ਹੁੰਦੀ ਏ, ਇਹੋ ਤੇ ਤੁਹਾਡੀ ਬੇਸਮਝੀ ਏ। ਜਿੱਧਰ ਪਏ ਇੱਕੋ ਵਾਰੀ ਉਲਟ ਪਏ। ਜੇ ਰਤਾ ਸੋਚ ਕੇ ਚੱਲਦੇ ਤਾਂ ਇਥੋਂ ਤੋੜੀ ਨੌਬਤ ਹੀ ਕਿਉਂ ਆਉਂਦੀ। ਜੋਗਿੰਦਰ ਸਿੰਘ ਨੇ ਝਟਕੇ ਨਾਲ ਆਪਣੇ ਆਪ ਨੂੰ ਉਸ ਪਾਸੋਂ ਛੁਡਾਉਂਦਿਆਂ ਹੋਇਆਂ, ਤੂੰ ਆਪਣੇ ਹੀ ਰਾਗ ਗਾਈ ਜਾਨੀ ਏ। ਮੈਂ ਤੈਨੂੰ ਕਹਿਣਾ ਵਾਂ, ਉਹ ਲਾਲ ਟਾਕੀ ਵਿੱਚ ਕੀ ਚੀਜ਼ ਬੱਧੀ ਹੋਈ ਏ? ਕਿਹੜੀ? ਕਹਿ ਕੇ ਪਤੀ ਨੂੰ ਛੱਡ ਕੇ ਉਹ ਛੇਤੀ ਨਾਲ ਸਿਰਾਂਦੀ ਵੱਲ ਲਪਕੀ ਤੇ ਵੇਖਦਿਆਂ ਹੀ ਇਸ ਤਰ੍ਹਾਂ ਤਰਬਕ ਕੇ ਪਿੱਛੇ ਡਿੱਗ ਪਈ ਜੀਕਨ ਕੋਈ ਸੱਪ ਵੇਖ ਕੇ। ਉਹ ਬੋਲੀ, ਹਾਏ ਮੈਂ ਮਰ ਗਈ, ਲੋੜਾ ਪੈ ਗਿਆ, ਹਨੇਰ ਆ ਗਿਆ। ਜੋਗਿੰਦਰ ਸਿੰਘ ਨੇ ਵੀ ਅਗਾਂਹ ਹੋ ਕੇ ਵੇਖਿਆ। ਇਹ ਇੱਕ ਲਾਲ ਟਾਕੀ ਵਿੱਚ ਲਪੇਟੀ ਹੋਈ ਕੋਈ ਚੀਜ਼ ਸੀ ਜੋ ਮੌਲੀ ਦੇ ਧਾਗੇ ਨਾਲ ਬੱਧੀ ਹੋਈ ਸੀ। ਜੋਗਿੰਦਰ ਸਿੰਘ ਨੇ ਜਿਉਂ ਹੀ ਉਸ ਨੂੰ ਚੁੱਕਣ ਲਈ ਹੱਥ ਅਗਾਂਹ ਕੀਤਾ, ਦਲੀਪ ਕੌਰ ਨੇ ਝਪਕ ਕੇ ਉਸਦੇ ਦੋਵੇਂ ਹੱਥ ਫੜ ਲਏ ਤੇ ਉਸ ਨੂੰ ਕਈ ਕਦਮ ਪਿੱਛੇ ਧੱਕਦੀ ਹੋਈ ਬੋਲੀ, ਨਾ ਨਾ ਹੱਥ ਨਾ ਲਾਣਾ, ਖਬਰੇ ਕੀ ਚੀਜ਼ ਹੈ। ਮੈਂ ਹੱਥ ਨਹੀਂ ਜੇ ਲਾਣ ਦੇਣਾ, ਤੁਹਾਨੂੰ ਮੇਰੀ ਸਹੁੰ ਜੇ ਹੱਥ ਲਾਇਆ ਤਾਂ। ਪਰ ਜੋਗਿੰਦਰ ਸਿੰਘ ਨੇ ਇਸ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਕੀਤਾ। ਉਸਦਾ ਸਰੀਰ ਕ੍ਰੋਧ ਨਾਲ ਕੰਬ ਰਿਹਾ ਸੀ। ਉਸ ਧੁੱਸ ਦੇ ਕੇ ਅਗਾਂਹ ਵਧਿਆ ਤੇ ਪੋਟਲੀ ਚੁੱਕ ਲਈ। ਛੇਤੀ ਨਾਲ ਉਸਨੇ ਉੱਪਰਲਾ ਮੌਲੀ ਦਾ ਧਾਗਾ ਲਾਉਣਾ ਸ਼ੁਰੂ ਕੀਤਾ। ਦਲੀਪ ਕੌਰ ਇਸ ਤਰ੍ਹਾਂ ਅੱਖਾਂ ਪਾੜ ਕੇ ਦੂਰ ਖੜੀ ਵੇਖ ਰਹੀ ਸੀ, ਜੀਕਨ ਹੁਣੇ ਇਸ ਵਿੱਚੋਂ ਬਹੁਤ ਸਾਰੇ ਸੱਪ ਨਿਕਲ ਕੇ ਕਮਰੇ ਵਿੱਚ ਦੌੜਨ ਲੱਗ ਪੈਣਗੇ। ਜੋਗਿੰਦਰ ਸਿੰਘ ਜਿਉਂ-ਜਿਉਂ ਧਾਗੇ ਦੇ ਵੱਲ ਖੋਲਦਾ ਜਾਂਦਾ ਸੀ, ਦਲੀਪ ਕੌਰ ਸੁੰਗੜ ਕੇ ਗੇਂਦ ਬੰਦੀ ਜਾਂਦੀ ਸੀ। ਅਖੀਰ ਪੋਟਲੀ ਖੁੱਲੀ। ਉਸਦੇ ਵਿੱਚ ਕੀ ਸੀ? ਚੁਟਕੀ ਕੁ ਚੌਲ, ਇੱਕ ਹਰਾ ਮਣਕਾ, ਇੱਕ ਕੌਡੀ, ਇੱਕ ਬਦਾਮ, ਥੋੜੀ ਜਿਹੀ ਸਵਾ, 2-3 ਲੌਂਗ, ਇੱਕ ਛੁਹਾਰਾ ਤੇ ਕਈ ਇੱਕ ਤੈਹਾਂ ਕੀਤਾ ਹੋਇਆ ਕਾਗਜ਼। ਜੋਗਿੰਦਰ ਸਿੰਘ ਨੇ ਕਾਗਜ਼ ਖੋਲ੍ਹਿਆ, ਜਿਸ ਉੱਤੇ ਇਹ ਕੁਝ ਲਿਖਿਆ ਹੋਇਆ ਸੀ, ओन में काला पैरो काला बान, हाथ में खप्पर रहे मसान, मद मोजन का भोजन करे, गुर गोरख के संग बिचरे, पति पशुवत होए अधीन, दुति त्रिया को चहो कबीन, जय शिन जंतर सिर को शेहे, नारी का तब चेरा होवे, नारी कत कंत होए नारी, यह पैरो की कला न्यारी। ਜੋਗਿੰਦਰ ਸਿੰਘ ਦੇ ਭਾਣੇ ਇਹ ਜੰਤਰ ਨਹੀਂ ਸੀ, ਸ਼ਕੁੰਤਲਾ ਦੇ ਸਾਰੇ ਜੁਰਮਾਂ ਦਾ ਇਕਬਾਲ ਅਤੇ ਸਬੂਤ ਸੀ। ਇਸ ਦੇ ਨਾਲ ਹੀ ਉਸ ਨੂੰ ਖਿਆਲ ਆਇਆ, ਜੋ ਸ਼ਕੁੰਤਲਾ ਇਹ ਕਾਰਾ ਕਦੋਂ ਕਰ ਗਈ। ਪਰ ਕਮਰੇ ਦੀ ਸਫਾਈ ਵੇਖ ਕੇ ਝੱਟ ਹੀ ਉਸ ਦੇ ਇਸ ਪ੍ਰਸ਼ਨ ਦਾ ਉੱਤਰ ਮਿਲ ਗਿਆ। ਹੁਣ ਉਹ ਸ਼ਕੁੰਤਲਾ ਦੇ ਜੁਰਮਾਂ ਸੰਬੰਧੀ ਇਤਨਾ ਵੀ ਸ਼ੱਕ ਸੁਭਾ ਨਹੀਂ ਸੀ ਜਿੰਨੀ ਮਾਂ ਉੱਤੇ ਚਟਿਆਈ। ਸ਼ਕੁੰਤਲਾ ਕੱਪੜੇ ਬਦਲ ਕੇ ਹਟੀ ਸੀ। ਉਸਨੇ ਸਹੇਲੀਆਂ ਦੇ ਘੜੀ ਮੁੜ ਜਿੱਦ ਕਰਨ ਤੇ ਅੱਜ ਕਈ ਹਫ਼ਤਿਆਂ ਪਿੱਛੋਂ ਕੱਪੜੇ ਬਦਲਾਏ ਸਨ। ਗੁੱਤ ਖੋਲ ਕੇ ਉਹ ਕੰਘੀ ਵਾਹਣ ਲੱਗੀ ਸੀ, ਪਰ ਰਸੋਈ ਦਾ ਵੇਲਾ ਹੋ ਗਿਆ ਸੀ। ਉਸੇ ਤਰ੍ਹਾਂ ਵਾਲ ਪਿੱਠ ਤੇ ਸੁੱਟੀ ਉਹ ਚੌਂਕੇ ਵਿੱਚ ਆ ਬੈਠੀ ਸੀ। ਇਸ ਵੇਲੇ ਉੱਤੋਂ ਇੱਕ ਕੜਕਵੀਂ ਆਵਾਜ਼ ਆਈ, ਸ਼ਕੁੰਤਲਾ। ਸ਼ਕੁੰਤਲਾ ਨੇ ਤਵਾ ਧਰ ਕੇ ਆਟੇ ਦੀ ਧੌਣ ਵਿੱਚੋਂ ਪੇੜਾ ਹੀ ਤੋੜਿਆ ਸੀ ਕਿ ਇਸ ਆਵਾਜ਼ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਕੰਬਾ ਦਿੱਤਾ। ਕਾਰਨ ਕੁਝ ਤਾਂ ਉਂਝ ਹੀ ਬਿਮਾਰ ਸੀ, ਇਸ ਪਰ ਇਹੋ ਜਿਹੀ ਜਾਂ ਇਸ ਤੋਂ ਕੁਝ ਨਰਮ ਆਵਾਜ਼ ਇੱਕ ਵਾਰੀ ਅੱਗੇ ਵੀ ਸੁਣ ਚੁੱਕੀ ਸੀ ਤੇ ਉਸ ਦਾ ਚਮਤਕਾਰ ਵੇਖ ਚੁੱਕੀ ਸੀ। ਆਟੇ ਦਾ ਪੇੜਾ ਉਸਦੇ ਹੱਥੋਂ ਡਿੱਗ ਪਿਆ ਤੇ ਉਹ ਲੜਖੜਾਂਦੀ ਹੋਈ ਆਈ ਜੇ ਕਹਿ ਕੇ ਉੱਪਰ ਵੱਲ ਨੱਸ ਤੁਰੀ। ਬੈਠਕ ਵਿੱਚ ਜਾ ਕੇ ਜਦ ਉਸਨੇ ਪਤੀ ਦੀ ਭਿਆਨਕ ਸ਼ਕਲ ਵੇਖੀ ਤਾਂ ਉਸਦਾ ਦਿਲ ਦਹਿਲ ਗਿਆ ਤੇ ਲੱਤਾਂ ਥਰ-ਥਰ ਕੰਬਣ ਲੱਗੀਆਂ। ਇੱਥੋਂ ਤੱਕ ਕਿ ਉਸ ਲਈ ਖਲੋਣਾ ਔਖਾ ਹੋ ਗਿਆ। ਸਬੱਬ ਨਾਲ ਮੰਜੇ ਤੇ ਵਾਪਸ ਖੜੀ ਸੀ ਤੇ ਝਾਟੀ ਮੇਜ਼ ਨੂੰ ਫੜ ਲਿਆ, ਨਹੀਂ ਤਾਂ ਉਸਦੇ ਡਿੱਗ ਪੈਣ ਵਿੱਚ ਕੋਈ ਕਸਰ ਨਹੀਂ ਸੀ। ਉਸਦੀ ਇਹ ਹਾਲਤ ਵੇਖ ਕੇ ਜੋਗਿੰਦਰ ਸਿੰਘ ਨੂੰ ਉਸਦੇ ਕਸੂਰਵਾਰ ਹੋਣ ਦਾ ਹੋਰ ਵੀ ਪਰਪੱਕ ਨਿਸ਼ਚਾ ਹੋ ਗਿਆ। ਉਹ ਸੋਚ ਰਿਹਾ ਸੀ ਇਸ ਨੂੰ ਆਪਣੀ ਕਰਤੂਤ ਦਾ ਪਾਲਾ ਹੀ ਮਾਰ ਰਿਹਾ ਏ। ਉਸਨੇ ਫਿਰ ਛੱਤ ਨੂੰ ਕੰਬਾ ਦੇਣ ਵਾਲੀ ਆਵਾਜ਼ ਨਾਲ ਕਿਹਾ, ਸ਼ਕੁੰਤਲਾ ਤੂੰ ਅੱਜ ਕਿੱਥੇ ਗਈ ਸੀ? ਸ਼ਕੁੰਤਲਾ ਦੇ ਮੂੰਹੋਂ ਕੋਈ ਉੱਤਰ ਨਾ ਸੁਣ ਕੇ ਜੋਗਿੰਦਰ ਸਿੰਘ ਨੇ ਫਿਰ ਪੁੱਛਿਆ, ਮੈਂ ਤੈਨੂੰ ਪੁੱਛਣਾ ਵਾਂ, ਸੱਚੋ ਸੱਚ ਦੱਸ, ਅੱਜ ਤੂੰ ਕਿੱਥੇ ਗਈ ਸੀ? ਸ਼ਕੁੰਤਲਾ ਖੂਬ ਸਮਝ ਰਹੀ ਸੀ ਕਿ ਅੱਜ ਉਸ ਲਈ ਕੋਈ ਨਵਾਂ ਤੇ ਛੇਕੜਲਾ ਕਾਂਡ ਰਚਿਆ ਗਿਆ ਹੈ, ਪਰ ਇਸ ਦਾ ਭਾਵ ਕੀ ਹੈ, ਇਸ ਗੱਲ ਨੂੰ ਉਹ ਸਮਝ ਨਾ ਸਕੀ। ਉਹ ਉੱਤਰ ਦੇਣਾ ਚਾਹੁੰਦੀ ਸੀ, ਪਰ ਥਿੜਕਵੀਂ ਆਵਾਜ਼ ਉਸਦੀ ਮਨਸ਼ਾ ਪੂਰੀ ਕਰਨ ਤੋਂ ਸਮਰਥ ਸੀ। ਉਹ ਸਾਰੇ ਸਰੀਰ ਦਾ ਜ਼ੋਰ ਜ਼ਬਾਨ ਤੇ ਪਾ ਕੇ ਬੜੀ ਔਖਿਆਈ ਨਾਲ ਬੋਲੀ, ਜੀ ਇਸਤਰੀ 7। ਇਸ ਤੋਂ ਪਹਿਲਾਂ ਉਹ ਕੁਝ ਨਾ ਬੋਲ ਸਕੀ, ਇਸ ਤੋਂ ਅੱਗੋਂ ਕੁਝ ਨਾ ਬੋਲ ਸਕੀ। ਉਸਦਾ ਤਾਲੂ ਸੁੱਕ ਗਿਆ।
जोगिंदर सिंह अपने आप तो बाहर हो गया। उसने ਇੰਨੇ ਜ਼ੋਰ ਦੀ ਚਪੇੜ ਖਿੱਚ ਕੇ ਉਸਦੇ ਮੂੰਹ ਤੇ ਮਾਰੀ ਕਿ ਉਹ ਦੜ ਕਰਕੇ ਚੁਫਾਲ ਫਰਸ਼ ਤੇ ਡਿੱਗ ਪਈ। ਚੰਗੇ ਭਾਗਾਂ ਨੂੰ ਉਸਦਾ ਸਿਰ ਖਾਕਦਾਨ ਤੇ ਪਿਆ, ਜਿਸ ਕਰਕੇ ਬਚਾਓ ਹੋ ਗਿਆ, ਨਹੀਂ ਤਾਂ ਉਹ ਇਸੇ ਘੜੀ ਚਿੱਤ ਹੋ ਜਾਂਦੀ। ਬਸ ਹੁਣ ਕੀ ਸੀ, ਜੋਗਿੰਦਰ ਸਿੰਘ ਨੇ ਉਸ ਨੂੰ ਵਾਲਾਂ ਤੋਂ ਫੜ ਇਸ ਤਰ੍ਹਾਂ ਝਟਕ ਕੇ ਆਪਣੇ ਵੱਲ ਖਿੱਚਿਆ ਜਿਸ ਤਰ੍ਹਾਂ ਕਸਾਈ ਵੀ ਵਛੇਰੇ ਨੂੰ ਨਹੀਂ ਖਿੱਚਦਾ। ਪਹਿਲਾਂ ਠੁੱਡਿਆਂ ਮੁੱਕਿਆਂ ਤੇ ਚਪੇੜਾਂ ਨਾਲ ਉਸ ਉੱਤੇ ਆਪਣਾ ਗੁੱਸਾ ਠੰਡਾ ਕਰਨ ਲੱਗਾ। ਇਸ ਤੇ ਵੀ ਜਦ ਉਸ ਦੀ ਤਸੱਲੀ ਨਾ ਹੋਈ ਤਾਂ ਇੱਕ ਹੱਥ ਨਾਲ ਉਸ ਦੇ ਵਾਲ ਫੜ ਕੇ ਉਸ ਦੀ ਪਿੱਠ ਵੱਲ ਨੂੰ ਇਸ ਜ਼ੋਰ ਦੀ ਖਿੱਚੇ ਕਿ ਵਿਚਾਰੀ ਦੀ ਗਿੱਚੀ ਟੁੱਟਣ ਵਾਲੀ ਹੋ ਗਈ ਤੇ ਦੂਜੇ ਹੱਥ ਵਿੱਚ ਸੋਟੀ ਫੜ ਕੇ ਕਾੜ-ਕਾੜ ਉਸ ਨੂੰ ਮਾਰਨ ਲੱਗ ਪਿਆ। ਇਹ ਵੇਖ ਕੇ ਦਲੀਪ ਕੌਰ ਵੀ ਕੋਲ ਆਈ ਤੇ ਉਸ ਨੂੰ ਮਾਰਨ ਤੋਂ ਰੋਕਣ ਲਈ ਉਸ ਦੀਆਂ ਬਾਹਾਂ ਫੜਨ ਲੱਗੀ, ਪਰ ਇਸ ਵੇਲੇ ਉਸ ਦੀਆਂ ਬਾਹਾਂ ਵਿੱਚ ਉਹ ਜ਼ੋਰ, ਉਹ ਤੇਜ਼ੀ ਨਹੀਂ ਸੀ ਜਿਹੜੀ ਉਸਨੇ ਹੁਣ ਵਿਖਾਈ ਸੀ। ਜੋਗਿੰਦਰ ਸਿੰਘ ਨੂੰ ਇਸ ਦੀ ਕੀ ਪਰਵਾਹ ਸੀ। ਉਹ ਨਾਲੇ ਧੜਾ ਧੜ ਕੁੱਟੀ ਜਾਂਦਾ ਸੀ, ਨਾਲੇ ਕਹੀ ਜਾਂਦਾ ਸੀ, ਤੇਰਾ ਕੱਖ ਨਾ ਰਹੇ ਇਹੇ ਜਿਹੀ ਬਦਚਲਨ ਦਾ। ਅੰਦਰੋਂ ਅੰਦਰੀ ਇਹ ਮਕਾਰੀਆਂ ਬਦਜ਼ਾਤੇ, ਅੱਜ ਤੱਕ ਮੈਂ ਤੈਨੂੰ ਦੁੱਧ ਦੀ ਧੋਤੀ ਹੀ ਸਮਝਦਾ ਰਿਹਾ। ਲੱਗੀ ਸੈਂ ਖਸਮ ਨੂੰ ਮਰੀਦ ਬਣਾਉਣ, ਮੈਨੂੰ ਲੱਗੀ ਸੈਂ ਝੁੱਡੂ ਬਣਾਉਣ। ਲੈ ਲੈ ਮਜ਼ਾ ਹੁਣ ਇਸ ਬਦਚਲਣੀ ਦਾ। ਜਿਸ ਤਰ੍ਹਾਂ ਕੋਈ ਪਖੌਜੀ ਮੂੰਹ ਤੋਂ ਤਾਲ ਦਾ ਬੋਲ ਬੋਲਦਾ ਹੋਇਆ ਉਸਦੇ ਅਨੁਸਾਰ ਹੀ ਧਾਮੇ ਅਤੇ ਪੁੜੇ ਨੂੰ ਥੱਪੇ ਮਾਰੀ ਜਾਂਦਾ ਹੈ, ਉਸੇ ਤਰ੍ਹਾਂ ਜੋਗਿੰਦਰ ਸਿੰਘ ਵੀ ਮੂੰਹੋਂ ਜਿੰਨੇ ਵਾਕ ਬੋਲਦਾ ਓਨੀਆਂ ਹੀ ਸੋਟੀ ਦੀਆਂ ਸੱਟਾਂ ਸ਼ਕੁੰਤਲਾ ਦੀ ਅਧਮੋਈ ਲੋਥ ਤੇ ਮਾਰੀ ਜਾਂਦਾ ਸੀ। ਜਦ ਉਹ ਹੱਫ ਗਿਆ ਤਾਂ ਉਸਨੇ ਆਪਣਾ ਕੰਮ ਬੰਦ ਕੀਤਾ। ਮਾਰ ਕੁਟਾਈ ਨਾਲ ਮੇਜ਼ ਉਲਟ ਗਈ, ਕਿਤਾਬਾਂ ਡਿੱਗ ਕੇ ਖਿਲਰ ਗਈਆਂ ਤੇ ਹੋਰ ਸਾਰਾ ਸਮਾਨ ਇੱਧਰ ਉੱਧਰ ਖਿੰਡ ਗਿਆ। ਸ਼ਕੁੰਤਲਾ ਦੀ ਗੱਲ ਜਿੱਥੇ ਪਹਿਲੀ ਚਪੇੜ ਵੱਜੀ ਸੀ ਨੀਲੀ ਜਾਮਨ ਵਰਗੀ ਹੋਈ ਪਈ ਸੀ ਤੇ ਕਿਤੋਂ ਕਿਤੋਂ ਲਹੂ ਵੀ ਫੁੱਟ ਨਿਕਲਿਆ ਸੀ। ਇਸ ਦੇ ਬਾਕੀ ਸਰੀਰ ਦਾ ਕੀ ਹਾਲ ਸੀ? ਉਹ ਕਿਉਂਕਿ ਕੱਪੜਿਆਂ ਦੇ ਪਰਦੇ ਹੇਠ ਸੀ, ਇਸ ਲਈ ਕੁਝ ਕਿਹਾ ਨਹੀਂ ਜਾ ਸਕਦਾ। ਜੋਗਿੰਦਰ ਸਿੰਘ ਨੇ ਮੰਜੇ ਤੇ ਡੁੱਲੇ ਪਏ ਪੋਟਲੀ ਵਾਲੇ ਨਿਕਸਿਕ ਨੂੰ ਜਿਉਂ ਹੀ ਡਿੱਠਾ, ਉਸ ਦਾ ਗੁੱਸਾ ਫੇਰ ਭੜਕ ਪਿਆ। ਉਹ ਫੇਰ ਜੋਸ਼ ਵਿੱਚ ਆ ਗਿਆ। ਸ਼ਕੁੰਤਲਾ ਨੂੰ ਉਸਨੇ ਮਾਰਿਆ ਤਾਂ ਨਾ, ਪਰ ਉਸ ਨੂੰ ਵਾਲਾਂ ਤੋਂ ਘਸੀਟਦਾ ਚੋਖੀ ਦੂਰ ਗੈਲਰੀ ਦੇ ਸਿਰੇ ਤੱਕ ਲੈ ਜਾ ਕੇ ਸੁੱਟ ਆਇਆ। ਇਸ ਤੋਂ ਬਾਅਦ ਉਹ ਅੰਦਰ ਜਾ ਕੇ ਸੌਂ ਗਿਆ। ਦੋਹਾਂ ਵਹੁਟੀ ਗੱਭਰੂ ਨੇ ਨਾ ਗੱਲ-ਕਥ ਕੀਤੀ, ਨਾ ਕਿਸੇ ਨੂੰ ਇਸ ਗੱਲ ਦਾ ਖਿਆਲ ਆਇਆ ਕਿ ਉਸ ਮੋਈ ਜਿਉਂਦੀ ਦਾ ਪਤਾ ਕਰੀਏ। ਅੱਧੀ ਕੁ ਰਾਤ ਜਦ ਜੋਗਿੰਦਰ ਸਿੰਘ ਬਾਹਰ ਨਿਕਲਿਆ ਤਾਂ ਚੰਨ ਦੀ ਚਾਨਣੀ ਵਿੱਚ ਉਸਨੇ ਦੂਰੋਂ ਹੀ ਵੇਖਿਆ ਕਿ ਸ਼ਕੁੰਤਲਾ ਉਸੇ ਤਰ੍ਹਾਂ ਚੁਪਾਲ ਪਈ ਹੈ। ਉਸ ਦਾ ਸਿਰ ਬਰਾਂਡੇ ਦੀ ਦਲੀਜ ਤੇ ਹੋਣ ਕਰਕੇ ਬਾਕੀ ਸਰੀਰ ਨਾਲੋਂ ਵਧੇਰੇ ਸਾਫ਼ ਦਿਖਾਈ ਦਿੰਦਾ ਸੀ। ਚੰਦਰਮਾ ਦੀ ਚਾਨਣੀ ਉਸਦੇ ਸਤਾਹੀਨ ਚਿਹਰੇ ਤੇ ਖੇਡ ਰਹੀ ਸੀ। ਜੋਗਿੰਦਰ ਸਿੰਘ ਡਰ ਗਿਆ। ਉਸਨੇ ਖਿਆਲ ਕੀਤਾ ਸ਼ਾਇਦ ਮਰ ਗਈ ਹੈ। ਦਿਲ ਦੀ ਇਹ ਖੁਦਕੁਤੀ ਮਿਟਾਉਣ ਲਈ ਉਹ ਹੌਲੀ-ਹੌਲੀ ਉਸਦੇ ਨੇੜੇ ਗਿਆ। ਉਸਦੇ ਨੱਕ-ਪੁਰ ਹੱਥ ਲਾ ਕੇ ਡਿੱਠਾ ਤਾਂ ਪਤਾ ਲੱਗਾ ਕਿ ਧੀਮਾ-ਧੀਮਾ ਸਵਾਸ ਆ ਰਿਹਾ ਹੈ। ਇਸ ਤੋਂ ਬਾਅਦ ਉਸਨੂੰ ਰਾਤ ਵਾਲੀ ਘਟਨਾ ਦਾ ਫਿਰ ਚੇਤਾ ਆ ਗਿਆ ਤੇ ਘ੍ਰਿਣਾ ਨਾਲ ਉਸਦੇ ਸਰੀਰ ਪੁਰ ਥੁੱਕ ਕੇ ਵਾਪਸ ਕਮਰੇ ਵੱਲ ਚਲਾ ਗਿਆ। ਅੰਦਰ ਜਾ ਕੇ ਫਿਰ ਪਿਛਲੀ ਪੈਰੀ ਬਾਹਰ ਨਿਕਲ ਆਇਆ। ਉਸਨੇ ਸੋਚਿਆ, ਵੱਡੇ ਵੇਲੇ ਤੋੜੀ ਜੇ ਇਸੇ ਤਰ੍ਹਾਂ ਪਈ ਰਹੀ ਤਾਂ ਕੋਈ ਵੇਖ ਕੇ ਕੀ ਕਹੇਗਾ। ਉਸਨੇ ਛੇਤੀ ਨਾਲ ਜਾ ਕੇ ਸ਼ਕੁੰਤਲਾ ਨੂੰ ਕਲਾਵੇ ਵਿੱਚ ਚੁੱਕ ਲਿਆ ਤੇ ਹੇਠਾਂ ਲਿਜਾ ਕੇ ਉਸਨੂੰ ਉਸੇ ਡਿਉੜੀ ਦੀ ਨਾਲ ਵਾਲੀ ਕੋਠੜੀ ਵਿੱਚ ਪਾ ਦਿੱਤਾ ਜਿਸ ਵਿੱਚ ਉਹ ਸੌਂਦੀ ਹੁੰਦੀ ਸੀ। ਇਹ ਕੰਮ ਕਰਕੇ ਉਸਨੇ ਬੇਫਿਕਰੀ ਦਾ ਸਾਹ ਲਿਆ। ਉਸਨੇ ਸੋਚਿਆ, ਚਲੋ ਹੁਣ ਕੋਈ ਡਰ ਨਹੀਂ, ਮਰੇ ਭਾਵੇਂ ਜੀਵੇ। ਬਿਮਾਰ ਤਾਂ ਅੱਗੇ ਹੀ ਰਹਿੰਦੀ ਸੀ। ਉਹ ਜਦ ਉੱਪਰ ਜਾ ਕੇ ਸੌਣ ਲੱਗਾ ਤਾਂ ਉਸਨੂੰ ਇੱਕ ਹੋਰ ਸਿਆਣਪ ਸੁੱਝੀ। ਲਾਲ ਟਾਕੀ ਵਿਚਲੀਆਂ ਜਿਹੜੀਆਂ ਚੀਜ਼ਾਂ ਹਜੇ ਤੱਕ ਖਿਲਰੀਆਂ ਪਈਆਂ ਸਨ ਉਸਨੇ ਇਕੱਠੀਆਂ ਕਰਕੇ ਉਸੇ ਤਰ੍ਹਾਂ ਉਸ ਮੌਲੀ ਦੇ ਧਾਗੇ ਨਾਲ ਬੰਨ੍ਹ ਕੇ ਉਹ ਪੋਟਲੀ ਅਲਮਾਰੀ ਖੋਲ ਕੇ ਉਸ ਦੀ ਇੱਕ ਟੀਨ ਦੇ ਡੱਬੇ ਵਿੱਚ ਸੁੱਟ ਦਿੱਤੀ। ਉਸ ਦਾ ਖਿਆਲ ਹੋਇਆ, ਜੇ ਕੱਲ ਕਲੌਤਰ ਨੂੰ ਕੋਈ ਮੈਥੋਂ ਉਸ ਨੂੰ ਮਾਰਨ ਦਾ ਸਬਬ ਪੁੱਛੇਗਾ ਤਾਂ ਇਹੋ ਬਣਿਆ ਬਣਾਇਆ ਸਬੂਤ ਪੇਸ਼ ਕਰ ਦਿਆਂਗਾ। ਉਹ ਮੰਜੇ ਤੇ ਲੇਟਿਆ ਹੀ ਸੀ ਕਿ ਇੱਕ ਹੋਰ ਖਿਆਲ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ। ਹਜੇ ਪ੍ਰਭਾਤ ਹੀ ਸੀ। ਦਲੀਪ ਕੌਰ ਸੁੱਤੀ ਹੋਈ ਸੀ। ਜੋਗਿੰਦਰ ਸਿੰਘ ਉੱਠਿਆ ਤੇ ਕੱਪੜੇ ਪਾ ਕੇ ਬਾਹਰ ਚਲਾ ਗਿਆ। ਬਾਹਰ ਜਾਂਦਿਆਂ ਉਸਨੇ ਹਨੇਰੇ ਵਿੱਚ ਹੀ ਸ਼ਕੁੰਤਲਾ ਦੀ ਕੋਠੜੀ ਵੱਲ ਕੰਨ ਲਾ ਕੇ ਸੁਣਿਆ। ਉਸ ਨੂੰ ਹੌਲੀ-ਹੌਲੀ ਕਰਾਉਣ ਦੀ ਆਵਾਜ਼ ਆਈ ਤੇ ਫਿਰ ਉਹ ਘਰੋਂ ਬਾਹਰ ਨਿਕਲ ਗਿਆ। ਥੋੜੀ ਦੇਰ ਪਿੱਛੋਂ 4 ਕਹਾਰ ਡੋਲੀ ਬਾਹਰ ਰੱਖ ਕੇ ਅੰਦਰ ਆਏ। ਜੋਗਿੰਦਰ ਸਿੰਘ ਨੇ ਹਨੇਰੇ ਵਿੱਚ ਹੀ ਸ਼ਕੁੰਤਲਾ ਦੀ ਅਧਮੋਈ ਲੋਥ ਨੂੰ ਮੰਜੇ ਤੋਂ ਚੁੱਕ ਕੇ ਬਾਹਰ ਲਿਆਂਦਾ ਤੇ ਉਸ ਨੂੰ ਡੋਲੀ ਵਿੱਚ ਪਾ ਦਿੱਤਾ। ਸ਼ਕੁੰਤਲਾ ਇਸ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਸੀ। ਕਹਾਰ ਡੋਲੀ ਚੁੱਕ ਕੇ ਹਨੇਰੇ ਹੀ ਸ਼ਹਿਰੋਂ ਬਾਹਰ ਨਿਕਲ ਗਏ ਤੇ ਜੋਗਿੰਦਰ ਸਿੰਘ ਨੇ ਸੁੱਖ ਦਾ ਸਾਹ ਲਿਆ। ਧੰਨਵਾਦ।